ਪੰਜਾਬ ਦੇ ਲੋਕ ਇੱਕ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਮਾਡਲ ਦੇਖ ਰਹੇ ਆ, ਇੱਕ ਸੀਐਮ ਦੇ ਐਲਾਨਾਂ ਦੇ ਵਿੱਚੋਂ ਦੀ ਪੰਜਾਬ ਕੀ ਹੋਏਗਾ ਉਹ ਦੇਖ ਰਹੇ ਆ। ਕਿਹੜਾ ਬਿਹਤਰ ਹੈਗਾ ਸਿੱਧੂ ਸਾਹਿਬ, ਲੋਕ ਚੂਜ਼ ਕਿੱਦਾਂ ਕਰਨਗੇ? ਵੇਖੋ ਉਹਦੀ ਗਵਰਨੈਂਸ ਹੈ, ਮੇਰਾ ਵਿਜ਼ਨ ਹੈ। ਇੱਕ ਕਿਸਮ ਦਾ ਪਾਵਰ ਸਟਰਗਲ ਜਿਹਾ ਚੱਲ ਰਿਹਾ ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਚੰਨੀ ਦੇ ਦਰਮਿਆਨ। ਇਹ ਸਭ ਠੀਕ ਨਹੀਂ ਹੈ। ਚੰਨੀ ਜੋ ਅਨਾਉਂਸ ਕਰਦੇ ਆ, ਨਵਜੋਤ ਸਿੰਘ ਸਿੱਧੂ ਅਗਲੇ ਦਿਨ ਉਹਦੀ ਫੂਕ ਕੱਢ ਦਿੰਦੇ। ਤੁਸੀਂ ਇਹ ਗੱਲ ਕਹੀ ਕਿ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਸੀਐਮ ਫੇਸ ਕੌਣ ਹੈਗਾ। ਬਰਾਤ ਕਿਹਦੀ ਹੈ, ਬਰਾਤ ਦੇ ਲਾੜੇ ਦਾ ਪਤਾ ਹੋਣਾ ਚਾਹੀਦਾ। ਪਰ ਥੋੜੀ ਦੇਰ ਬਾਅਦ ਹੀ ਸੁਨੀਲ ਜਾਖੜੇ ਨੂੰ ਡਿਨਾਈ ਕਰ ਦਿੰਦੇ ਆ ਕਿ ਲੋੜ ਨਹੀਂ ਹੈਗੀ। ਕੋਈ ਕੁਝ ਬੋਲੀ ਜਾਵੇ, ਉਹਦੇ ਕੋਲ ਅਥਾਰਟੀ ਹੈ। ਬੀਜੇਪੀ ਦਾ ਸਿਨੈਰੀਓ ਪੰਜਾਬ ਦੇ ਵਿੱਚ ਵੀ ਬਦਲ ਰਿਹਾ। ਤੁਹਾਡੇ ਸਿਟਿੰਗ ਐਮਐਲਏ ਬੀਜੇਪੀ 'ਚ ਜਾ ਰਹੇ ਆ। ਨਵਜੋਤ ਸਿੰਘ ਸਿੱਧੂ ਬਤੌਰ ਪ੍ਰਧਾਨ ਇਹਨੂੰ ਕਿਵੇਂ ਦੇਖ ਰਹੇ ਹੋ? ਬਹੁਤ ਵੱਡੀ ਪੋਸਟ ਤੇ ਹੋ ਤੁਸੀਂ। ਭਾਈ ਜਿਹੜੇ ਬੰਦੇ ਨੂੰ ਟਿਕਟ ਨਹੀਂ ਮਿਲਦੀ ਜੇ ਉਹ ਚਲਿਆ ਗਿਆ ਤੇ ਹੈ ਤੇ ਕਾਂਗਰਸੀ। ਰਵਨੀਤ ਸਿੰਘ ਬਿੱਟੂ ਉਹ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਇਦਾਂ ਗੱਲ ਕਰਦੇ ਕਿ ਜਦੋਂ ਤੱਕ ਮੈਨੂੰ ਸੀਐਮ ਨਹੀਂ ਬਣਾਓਗੇ ਮੈਂ ਕੁਝ ਕਰ ਨਹੀਂ ਸਕਦਾ। ਉਹ ਵੀ ਗੱਲ ਹੈ ਔਨ ਰਿਕਾਰਡ ਕਹਿੰਦੇ ਨੇ। ਬੜੀ ਖੁਸ਼ਕਿਸਮਤੀ ਹੈ ਮੇਰੀ ਕਿ ਮੇਰਾ ਛੋਟਾ ਭਾਈ ਮੇਰੇ ਬਾਰੇ ਗੱਲ ਕਰਦਾ ਹੈ। ਇਹਦਾ ਮਤਲਬ ਕੁਝ ਖਾਸ ਹੈ ਨਵਜੋਤ ਸਿੱਧੂ। ਜਿਸ ਤਰ੍ਹਾਂ ਤੁਸੀਂ ਕੁਝ ਕੈਂਡੀਡੇਟਸ ਨੂੰ ਜਾ ਕੇ ਥਾਪੜਾ ਦਿੱਤਾ, ਹੁਣ ਉਹਨਾਂ ਨੂੰ ਹਜੇ ਕੈਂਡੀਡੇਟਸ ਕਿਹਾ ਜਾਏ ਜਾਂ ਨਾ ਕਿਹਾ ਜਾਏ। ਕੁਝ ਲੋਕ ਇਹ ਗੱਲ ਕਹਿ ਰਹੇ ਨੇ ਕਿ ਸਿੱਧੂ ਸਾਹਿਬ ਉਹਨੂੰ ਥਾਪੜਾ ਤੇ ਦੇ ਆਏ, ਜੇ ਕੱਲ ਨੂੰ ਡਿਸੀਜਨ ਹੋਰ ਹੋ ਗਿਆ ਇਹ ਹਲਕਿਆਂ ਦੇ ਵਿੱਚ ਰਫੜ ਪੈ ਜਾਊ। ਬਿਲਕੁਲ ਗਲਤ ਹੈ। ਪਾਰਟੀ ਨੂੰ ਇਹ ਤੇ ਨਹੀਂ ਡਰ ਹੈਗਾ ਕਿ ਤੇ ਨਵਜੋਤ ਸਿੱਧੂ ਦਾ ਨਾਮ ਲੈ ਲਿਆ ਤੇ ਚੰਨੀ ਨਾਰਾਜ਼ ਜਾਂ ਚੰਨੀ ਦਾ ਨਾਮ ਲੈ ਰਿਹਾ ਸਿੱਧੂ ਨਾਰਾਜ਼। ਵਿਕਰਮ ਸਿੰਘ ਮਜੀਠੀਆ ਤੇ ਜਿਹੜੀ ਐਫਆਈਆਰ ਦਰਜ ਹੋਈ ਹੈ, ਐਫਆਈਆਰ ਤੋਂ ਗਾਂ ਕਾਰਵਾਈ ਤੇ ਹੋਈ ਨਹੀਂ, ਪਰ ਹੁਣ ਐਫਆਈਆਰ ਨੂੰ ਹੀ ਇੱਕ ਪ੍ਰਾਪਤੀ ਦੇ ਤੌਰ ਤੇ ਦਿਖਾਇਆ ਜਾਣ ਲੱਗਾ। ਮੈਂ ਸੁਖਬੀਰ ਬਾਦਲ ਨੂੰ ਇੰਟਰਵਿਊ ਕੀਤਾ ਸੀ 3 ਦਿਨ ਪਹਿਲਾਂ। ਮੈਂ ਕਿਹਾ ਵੀ ਐਂਟੀਸਪੇਟਰੀ ਬੇਲ ਰੱਦ ਹੋ ਗਈ, ਫਿਰ ਕੀ ਪੇਸ਼ ਕਰਾਓਗੇ ਵਿਕਰਮ ਮਜੀਠੀਆ ਨੂੰ? ਕਹਿੰਦੇ ਪੇਸ਼ ਨਹੀਂ ਕਰਾਉਂਦੇ, ਝੂਠਾ ਪਰਚਾ ਅਸੀਂ ਲੜਾਂਗੇ। ਤੇ ਫਿਰ ਜੇ ਝੂਠਾ ਪਰਚਾ ਪੇਸ਼ ਕਰਾ ਦਿਓ ਫਿਰ ਭੱਜਿਆ ਕਿਉਂ ਹੈ? ਫਿਰ ਫਰਾਰ ਕਿਉਂ ਹੈ? ਫਿਰ ਦੁੜਕੀ ਕਿਉਂ ਲਾਈ ਹੈ? ਤੇ ਐਫਆਈਆਰ ਦਰਜ ਹੈ, ਕਰਾਰ ਹੈ ਤੇ ਬੰਦਾ ਫਰਾਰ ਹੈ। ਨਵਜੋਤ ਸਿੱਧੂ ਦੇ 13 ਪੁਆਇੰਟ ਏਜੰਡੇ ਦੇ ਵਿੱਚ ਮਾਫੀਆ ਦੇ ਲਈ ਕੀ ਹੈ? ਜਿੰਨੇ ਵੀ ਕਿਸਮ ਦਾ ਮਾਫੀਆ ਪੰਜਾਬ 'ਚ ਚੱਲਦਾ। ਸਿੰਪਲ ਸਟੇਟ ਓਨਡ ਕਾਰਪੋਰੇਸ਼ਨ। ਕਾਂਗਰਸ ਦਾ ਵਿਸ਼ਲੇਸ਼ਣ ਕਿਸ ਤਰ੍ਹਾਂ ਦੇ ਨਾਲ ਹੋਏਗਾ? 5 ਸਾਲ ਨਾਲ ਹੋਏਗਾ ਕਿ ਆਖਰਲੇ 3 ਮਹੀਨਿਆਂ ਨਾਲ ਹੋਏਗਾ? ਵਿਸ਼ਲੇषण बदलाव ਨਾਲ ਹੋਏਗਾ। आते जाते हुए मैं सब पे नजर रखता हूँ, नाम सिद्धू है मेरा, सब की खबर रखता हूँ। ਅਸੀਂ ਅੱਜ ਨਵਜੋਤ ਸਿੰਘ ਸਿੱਧੂ ਹੁਣਾਂ ਦੇ ਨਾਲ ਗੱਲਬਾਤ ਕਰਾਂਗੇ। ਸਾਡੇ ਨਾਲ ਐਕਸਕਲੂਸਿਵਲੀ ਜੁੜ ਰਹੇ ਨੇ ਸਿੱਧੂ ਸਾਹਿਬ। ਬਹੁਤ-ਬਹੁਤ ਧੰਨਵਾਦ ਦੈਨਿਕ ਸਵੇਰਾ ਨੂੰ ਟਾਈਮ ਦੇਣ ਦੇ ਲਈ। ਬਹੁਤ ਡਿਮਾਂਡ ਦੇ ਵਿੱਚ ਰਹਿੰਦੇ ਹੋ ਤੁਸੀਂ ਹਰ ਸਮੇਂ, ਬਹੁਤ ਟਾਈਮ ਲੈਣਾ ਮੁਸ਼ਕਿਲ ਹੋ ਜਾਂਦਾ। ਨਹੀਂ ਇਹ ਜਿਹਾ ਕੁਝ ਨਹੀਂ ਹੈ। ਮੈਂ ਆਪਣੇ ਟਾਈਮ ਦੀ ਮੈਨੇਜਮੈਂਟ ਬੜੀ ਵਧੀਆ ਕਰਦਾ ਔਰ ਮੈਨੂੰ ਪਤਾ ਹੈ ਕਿ ਕਿਹੜੇ ਟਾਈਮ ਦੇ ਉੱਤੇ ਕੀ ਕਰਨਾ ਹੈ। ਸਭ ਤੋਂ ਵੱਡੀ ਚੀਜ਼ ਹੈਗੀ ਟਾਈਮਿੰਗ। ਟੈਲੀਵਿਜ਼ਨ ਟਾਈਮਿੰਗ ਨੂੰ ਮੰਨਦਾ ਹੈ ਔਰ ਉਸੇ ਤਰ੍ਹਾਂ ਉਚਿਤ ਸਮੇਂ ਦੇ ਉੱਤੇ ਆਰੰਭ ਕੀਤੀਆਂ ਹੋਈਆਂ ਨੀਤੀਆਂ ਫਲਦਾਈ ਸਿੱਧ ਹੁੰਦੀਆਂ। ਪੰਜਾਬ ਦੇ ਲੋਕ ਇੱਕ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਮਾਡਲ ਦੇਖ ਰਹੇ ਆ, ਇੱਕ ਸੀਐਮ ਦੇ ਐਲਾਨਾਂ ਦੇ ਵਿੱਚੋਂ ਦੀ ਪੰਜਾਬ ਕੀ ਹੋਏਗਾ ਉਹ ਦੇਖ ਰਹੇ ਆ। ਕਿਹੜਾ ਬਿਹਤਰ ਹੈਗਾ ਸਿੱਧੂ ਸਾਹਿਬ, ਲੋਕ ਚੂਜ਼ ਕਿੱਦਾਂ ਕਰਨਗੇ, ਚੋਣ ਕਿਵੇਂ ਕਰਨਗੇ? ਕੋਈ ਫਰਕ ਹੀ ਹੈ ਨਹੀਂ ਉਹਦੇ 'ਚ। ਵੇਖੋ ਉਹਦੀ ਗਵਰਨੈਂਸ ਹੈ, ਮੇਰਾ ਵਿਜ਼ਨ ਹੈ। ਉਹ ਗਵਰਨੈਂਸ ਰਿਫਾਰਮਸ ਦੀ ਗੱਲ ਕਰਦਾ ਹੈ। ਮੈਂ ਇਹ ਕਹਿਣਾ ਕਿ ਅਗਲੀ 5 ਸਾਲ ਸਰਕਾਰ ਕਿੱਦਾਂ ਚੱਲੇਗੀ, ਆਹ ਮਾਡਲ ਹੈ, ਆਹ ਸਾਡਾ ਏਜੰਡਾ ਹੈ ਤੇ ਆਹ ਨੀਤੀਆਂ ਲੈ ਕੇ ਅਸੀਂ ਬਜਟਰੀ ਐਲੋਕੇਸ਼ਨ ਦੇ ਨਾਲ ਇਸ ਤਰੀਕੇ ਨਾਲ ਲੋਕਾਂ ਦੀ ਜ਼ਿੰਦਗੀ ਬਦਲਾਂਗੇ। ਤੁਸੀਂ ਉਹਨੂੰ ਫਰਕ ਵੀ ਸਮਝ ਸਕਦੇ ਹੋ, ਉਹਨੂੰ ਇੱਕ ਵੀ ਸਮਝ ਸਕਦੇ ਹੋ। ਇੱਕ ਰੱਥ ਦੇ ਦੋ ਪਹੀਏ। ਸਿੱਧੂ ਸਾਹਿਬ ਤੁਸੀਂ ਨਜ਼ਰ ਰੱਖਦੇ ਹੋ ਵੀ ਤੁਹਾਡੀ ਪਾਰਟੀ 'ਚ ਕੀ ਹੋ ਰਿਹਾ, ਤੁਹਾਡੇ ਵਿਰੋਧੀ ਖੇਮੇ 'ਚ ਕੀ ਹੋ ਰਿਹਾ? आते जाते हुए मैं सब पे नजर रखता हूँ, नाम सिद्धू है मेरा, सब की खबर रखता हूँ। ਤੇ ਤੁਹਾਡੇ ਵਿਰੋਧੀ ਜਿਹੜੇ ਨੇ ਉਹ ਲਗਾਤਾਰ ਇਹ ਕਹਿੰਦੇ ਨੇ ਕਿ ਇੱਕ ਕਿਸਮ ਦਾ ਪਾਵਰ ਸਟਰਗਲ ਜਿਹਾ ਚੱਲ ਰਿਹਾ ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਚੰਨੀ ਦੇ ਦਰਮਿਆਨ। ਇਹ ਸਭ ਠੀਕ ਨਹੀਂ ਹੈ। ਚੰਨੀ ਜੋ ਅਨਾਉਂਸ ਕਰਦੇ ਆ, ਨਵਜੋਤ ਸਿੰਘ ਸਿੱਧੂ ਅਗਲੇ ਦਿਨ ਉਹਦੀ ਫੂਕ ਕੱਢ ਦਿੰਦੇ। ਜਦੋਂ ਕੁਝ ਕਹਿਣ ਨੂੰ ਨਾ ਹੋਵੇ ਕਿਸੇ ਬੰਦੇ ਬਾਰੇ ਤੇ ਫਿਰ ਹਰ ਤਰ੍ਹਾਂ ਦੀ ਬਕਵਾਸ ਚੱਲਦੀ ਹੈ। ਮਤਲਬ ਬਿਲੋ ਦਾ ਬੈਲਟ ਕਹਿ ਲੋ, ਕੋਈ ਤਰਕ ਨਹੀਂ ਹੁੰਦਾ ਉਹਦੇ 'ਚ, ਕੋਈ ਲੌਜਿਕ ਨਹੀਂ ਹੁੰਦਾ। ਮੈਂ ਜੋ ਕਹਿ ਰਿਹਾ, ਵੇਖੋ ਮੈਂ ਜੋ ਕਹਿ ਰਿਹਾ ਪੰਜਾਬ ਦੇ ਹਿੱਤ ਦੀ ਕਹਿ ਰਿਹਾ, ਕੋਈ ਆਪਣੇ ਲਈ ਕਹਿ ਰਿਹਾ। ਫਿਰ ਕਹਿ ਰਹੇ ਜੀ ਪਾਵਰ ਸਟਰਗਲ। ਜਿਸ ਬੰਦੇ ਨੇ ਰਾਜ ਸਭਾ ਤੋਂ ਲੈ ਕੇ, ਮੰਤਰਾਲਿਆਂ ਤੋਂ ਲੈ ਕੇ, ਐਮਪੀਗਿਰੀ ਤੋਂ ਲੈ ਕੇ, ਆਈ&ਬੀ ਮਿਨਿਸਟਰੀ ਤੋਂ ਲੈ ਕੇ ਸੱਤਾ ਤਿਆਗੀ ਹੋਵੇ ਲੇਕਿਨ ਕੋਈ ਸਮਝੌਤਾ ਨਾ ਕੀਤਾ ਹੋਵੇ, ਉਸ ਬੰਦੇ ਬਾਰੇ ਉਹ ਲੋਕ ਗੱਲ ਕਰਨਗੇ ਜਿਹਨੇ ਸਰਪੰਚੀ ਨੇ ਛੱਡੀ ਹੋਵੇ, ਜਿਹੜੇ ਇਹ ਗੂੰਦ ਲਾ ਕੇ ਚੇਪ ਲੈਂਦੇ ਆਪਣੇ ਆਪ ਨੂੰ ਕੁਰਸੀ ਦੇ ਉੱਤੇ। ਕੁਰਸੀ ਕਦੇ ਬੰਦੇ ਨੂੰ ਭਾਗ ਨਹੀਂ ਲਾਉਂਦੀ, ਬੰਦਾ ਕੁਰਸੀ ਨੂੰ ਭਾਗ ਲਾਉਂਦਾ ਹੈ। ਚੇਅਰਸ ਡੂ ਨਾਟ ਗ੍ਰੇਸ ਮੈਨ,
ਮੈਨ ਗ੍ਰੇਸ ਦ ਚੇਅਰਸ, ਉਹੀ ਐਡਵੋਕੇਟ ਜਨਰਲ ਤੇ ਅਤੁਲ ਨੰਦਾ ਬੈਠਦਾ ਸੀ। ਦੇਖ ਲਓ, ਮਤਲਬ ਜਿਹੜੇ ਕੇਸ 'ਚ ਜਾਊਗਾ ਪੈਸੇ ਲੈ ਕੇ ਹਰਾਊਗਾ, ਦੂਆਂ ਨੂੰ ਜਿਤਾਊਗਾ, ਤੇ ਉਸੇ ਚੇਅਰ ਦੇ ਉੱਤੇ ਮੇਰਾ ਪਿਓ ਬੈਠਿਆ ਸੀ। ਸਵਾਲ ਇਹ ਹੈ ਕਿ ਚੇਅਰਾਂ ਦੇ ਨਾਲ ਬੰਦੇ ਦੀ ਸਦਗਤੀ ਨਹੀਂ ਹੁੰਦੀ। ਹਾਂ, ਕਿਸੇ ਕਿਸੇ ਕੁਰਸੀ ਦੇ ਉੱਤੇ ਬੰਦਾ ਬੈਠਦਾ ਹੈ, ਉਹ ਕੁਰਸੀ ਨੂੰ ਭਾਗ ਲੱਗ ਜਾਂਦੇ। ਤੇ ਫਰਕ ਜਿਹੜਾ ਬੇਸਿਕ ਫਰਕ ਦੀ ਆਪਾਂ ਸਿੱਧੂ ਸਾਹਿਬ ਗੱਲ ਕਰ ਰਹੇ ਹਾਂ ਕਿ ਫਿਰ ਲੋਕਾਂ ਦੇ ਵਿੱਚ ਕਨਫਿਊਜ਼ਨ ਆਉਂਦੀ ਹੈ ਕਿ ਨਵਜੋਤ ਸਿੰਘ ਸਿੱਧੂ ਨਾਨਕ ਦੇ 13 ਲੈ ਕੇ ਜਿਹੜਾ 13 ਪੁਆਇੰਟ ਏਜੰਡਾ ਦਿੰਦੇ, ਅਸੀਂ ਉਹਨੂੰ ਲੈ ਕੇ ਚੱਲੀਏ, ਇੱਕ ਸਮਝ ਉਹਦੇ ਤੇ ਬਣਾਈਏ ਕਿ ਜਿਹੜਾ ਚੰਨੀ ਅਨਾਉਂਸਮੈਂਟ ਕਰ ਰਹੇ ਨੇ ਇੱਕ ਸਮਝ ਉਹਨਾਂ ਤੇ ਬਣਾਈਏ, ਅਸੀਂ ਕਿਹਦੇ ਤੇ ਬਣਾਈਏ? ਨਹੀਂ, ਉਹ ਤੇ ਹੋ ਰਿਹਾ। ਉਹ ਤੇ ਤੁਹਾਡੇ ਕੋਲ ਪ੍ਰਤੱਖ ਹੈ, ਉਹਨੂੰ ਪ੍ਰਮਾਣ ਕੀ ਹੈ? ਭਾਈ ਤੁਸੀਂ ਇਹ ਦੇਖੋ, ਸਾਰਾ ਕੁਝ ਹੋ ਰਿਹਾ, ਤੁਹਾਨੂੰ ਉਹ ਫਾਇਦੇ ਮਿਲ ਰਹੇ ਆ। ਅਗਰ ਤੁਹਾਨੂੰ ਉਹ ਫਾਇਦੇ ਮਿਲ ਰਹੇ ਆ ਤੁਸੀਂ ਮੰਨੋ, ਨਹੀਂ ਮਿਲ ਰਹੇ ਤਾਂ ਨਾ ਮੰਨੋ। ਜੋ ਸਿੱਧੂ ਜ਼ੁਬਾਨ ਚੋਂ ਕੱਢਦਾ ਹੈ ਉਹ ਠੋਸ ਹੈ, 24 ਕੈਰਟ 골ਡ ਹੈ, ਉਹਦੇ ਚ ਕੋਈ ਲਾਰਾ ਲੱਪਾ ਨਹੀਂ, ਉਹਦੇ ਚ ਕੋਈ ਐਸੀ ਚੀਜ਼ ਨਹੀਂ। ਹੁਣ ਚੰਨੀ ਦੀ ਇੰਟੈਂਟ ਨੂੰ ਤੁਸੀਂ ਕਿਦਾਂ ਮਾੜਾ ਕਹੋਗੇ? 4.5 ਪੌਣੇ 5 ਸਾਲ ਕੈਪਟਨ ਅਮਰਿੰਦਰ ਸਿੰਘ ਕਠਪੁਤਲੀ ਬਣਿਆ ਰਿਹਾ ਭਾਰਤੀ ਜਨਤਾ ਪਾਰਟੀ ਦੀ, ਨੱਚਦਾ ਰਿਹਾ ਉਹਨਾਂ ਦੀ ਤਾਲ ਦੇ ਉੱਤੇ। ਹੀ ਵਾਸ ਡਾਂਸਿੰਗ ਟੂ देयर ਮਿਊਜ਼ਿਕ ਇਵਨ ਇਫ ਹੀ ਡਿਡਨਟ ਲਾਈਕ ਦ ਟਿਊਨ। ਸਮਝਿਆ ਨਹੀਂ? ਉਹ ਇੱਕ ਰਬੜ ਦਾ ਗੁੱਡਾ ਸੀ। ਅਸੀਂ 78 ਐਮਐਲਏ ਕਾਂਗਰਸ ਦੇ, ਲੇਕਿਨ ਮੁੱਖ ਮੰਤਰੀ ਬੀਜੇਪੀ ਦਾ ਸੀ। ਇਸ ਕਰਕੇ ਲੋਕਾਂ ਦੇ ਜਿੰਨੇ ਵਾਅਦੇ ਉਹਨੇ ਕੀਤੇ, ਸੱਤਾ ਹਾਸਲ ਕਰਨ ਲਈ ਕੀਤੇ, ਲੋਕਾਂ ਦੀ ਜ਼ਿੰਦਗੀ ਨੂੰ ਬਦਲਣ ਦੇ ਲਈ ਨਹੀਂ ਕੀਤੇ। ਲੇਕਿਨ ਅੱਜ ਜਿਹੜਾ ਬਦਲਾਅ ਹੈ ਇਹ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਇਟ ਵਿਲ ਮੇਕ ਅ ਡਿਫਰੈਂਸ। ਇਹ ਲੋਕਾਂ ਦੀ ਜ਼ਿੰਦਗੀ ਬਿਹਤਰੀ ਦੇ ਲਈ ਬਦਲੇਗਾ। ਇਸੇ ਕਰਕੇ ਏਜੰਡਾ ਨਾ 5000 ਵਾਅਦੇ ਨੇ। ਬਾਬੇ ਨਾਨਕ ਦੀ ਸੋਚ, ਉਹਦੀ ਤਕੜੀ ਜਿਹੜੀ ਸੱਚ ਤੋਲਦੀ ਸੀ ਔਰ ਸ੍ਰਿਸ਼ਟੀ ਦਾ ਭਲਾ ਕਰਦੀ ਸੀ। ਕਿਰਦਾਰ ਉਹ ਹੁੰਦਾ ਜਿਹੜਾ ਆਪਣਾ ਘੱਟ ਸੋਚੇ ਲੇਕਿਨ ਲੋਕਾਂ ਦਾ ਭਲਾ ਜ਼ਿਆਦਾ ਸੋਚੇ। ਇਸ ਕਰਕੇ ਇਹ 13 ਬਾਬੇ ਨਾਨਕ ਦੇ ਫਲਸਫੇ ਤੋਂ ਪ੍ਰੇਰਿਤ ਹੈ ਔਰ ਇਹ ਭਾਈ ਲਾਲੋਆਂ ਦੇ ਲਈ ਹੈ। 99.9% ਲੋਕ ਗਰੀਬ ਹੁੰਦੇ ਗਏ ਨੇ ਪੰਜਾਬ 'ਚ ਤੇ 0.1% ਲੋਕ ਅਮੀਰ ਹੁੰਦੇ ਗਏ ਨੇ। ਪਾਵਰ ਜਿਹੜੀ ਹੈ ਉਹ ਲੋਕਾਂ ਨੂੰ ਵੰਡਣ ਨੂੰ ਸੈਂਟਰਲਾਈਜ਼ ਹੋਣ ਦੀ ਬਜਾਏ ਉਹ ਸਾਰਿਆਂ ਦੀ ਹਿੱਸੇਦਾਰੀ ਤੇ ਭਾਗੀਦਾਰੀ ਕਰਨ ਦੇ ਬਜਾਏ 4 ਬੰਦਿਆਂ ਦੇ ਪਾਵੇ ਨਾਲ ਬੰਨਤੀ। ਉਹ 100 ਪਰਿਵਾਰਾਂ ਨੂੰ ਫਾਇਦਾ ਦੇਣ ਲਈ ਬੰਨਤੀ। ਹਰ ਸਟੇਟ ਦਾ ਰਿਸੋਰਸ ਨਿੱਜੀ ਜੇਬਾਂ ਦੇ ਵਿੱਚ ਲਿਜਾਣ ਲਈ ਬੰਨਤਾ ਤੇ ਕਰਜ਼ਾ ਲੈ ਕੇ ਕਰਜ਼ਾ ਮੋੜਿਆ ਜਾ ਰਿਹਾ ਹੈ। ਅੱਜ ਉਸ ਪਰਿਸਥਿਤੀ 'ਚ ਖੜੇ ਆ ਆਪਾਂ ਮਿਲ। ਔਰ ਮੈਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹਨਾ ਕਿ ਅਗਰ 1,40,000 ਕਰੋੜ ਸਾਡਾ ਖਰਚਾ ਹੈ ਔਰ ਫਿਸਕਲ ਡੈਫਿਸਿਟ ਇੱਕ ਬਹੁਤ ਵੱਡੀ ਚੀਜ਼ ਹੈ, ਇਹਨੂੰ ਸਮਝਣਾ ਪਏਗਾ। ਮੈਂ ਸਮਝਾ ਦਿੰਦਾ। ਜੇ ਮੇਰੀ ਕਮਾਈ 100 ਰੁਪਏ ਹੈ ਔਰ ਮੇਰੇ ਖਰਚੇ 170 ਨੇ ਤੇ ਇਹਦਾ ਮਤਲਬ 70 ਫਿਸਕਲ ਡੈਫਿਸਿਟ ਹੈ। ਸਮਝਦੇ ਹੋ? ਹੁਣ ਤੁਸੀਂ ਦੇਖੋ ਖਰਚੇ ਹੈਗੇ ਨੇ 1,40,000 ਕਰੋੜ ਤੇ ਉਹਦੇ ਚੋਂ 70-75,000 ਕਰੋੜ ਅਸੀਂ ਮੰਗਦੇ ਆ ਤੇ 25,000 ਕਰੋੜ ਉਹਦੇ ਤੇ ਸੂਦ ਹੈ। ਲੇਕਿਨ ਇਹਦੇ ਉੱਤੇ ਇੱਕ ਤੇ ਕਰੇਲਾ ਉੱਤੋਂ ਨਿੰਮ ਚੜਿਆ। ਉਹ ਮੈਂ ਦੱਸ ਰਿਹਾ ਅਗਲੇ ਸਾਲ ਜੂਨ ਦੇ ਵਿੱਚ 18,000 ਕਰੋੜ ਰੁਪਏ ਜਿਹੜੀ GST ਦੀ ਸਾਨੂੰ ਏਡ ਮਿਲਦੀ ਸੀ, ਜਿਹੜੀ ਸਰਕਾਰ ਵੱਲੋਂ ਸਾਨੂੰ ਪੱਕੀ ਇੱਕ ਠੋਸ ਰਕਮ ਮਿਲਦੀ ਸੀ 18,000 ਕਰੋੜ ਰੁਪਈਆ, ਉਹ ਬੰਦ ਹੋ ਜਾਏਗੀ। ਹੁਣ ਤੁਸੀਂ ਸੋਚ ਲਓ 50 ਸਾਲਾਂ ਦੇ ਵਿੱਚ ਜਦੋਂ 1 ਲੱਖ ਕਰੋੜ ਇਹ ਗਿਆ, ਉੱਤੋਂ ਤੁਸੀਂ ਡੀਜ਼ਲ ਜਦੋਂ ਪੈਟਰੋਲ 10 ਰੁਪਏ ਪਰ ਮੰਥ ਬੰਦ ਹੋ ਜਾਏਗੀ। ਪਰ ਮੰਥ ਨਹੀਂ ਪਰ ਈਅਰ ਪਰ ਮੰਥ 1,500 ਕਰੋੜ ਰੁਪਏ। ਮੈਂ ਤੁਹਾਨੂੰ ਐਗਜ਼ਾਮਪਲ ਦਿੰਨਾ, ਜਦੋਂ ਸੁਖਬੀਰ ਛੱਡ ਕੇ ਗਿਆ ਸਰਕਾਰ ਤੇ 31,000 ਕਰੋੜ ਰੁਪਏ ਦਾ ਕਰਜ਼ਾ ਚੜਾ ਕੇ ਸੀ ਆਖਰੀ ਦਿਨ, ਇਹਦਾ ਅਸੀਂ 250 ਕਰੋੜ ਰੁਪਈਆ ਆਲਮੋਸਟ 1 ਮਹੀਨੇ ਦਾ ਵਾਪਸ ਕਰਦੇ ਹਾਂ। ਤੇ ਹੁਣ 1,500 ਕਰੋੜ ਰੁਪਈਆ ਪੰਜਾਬ ਸਰਕਾਰ ਦੇ ਉੱਤੇ ਲੋਡ ਪਏਗਾ। ਇਸ 1,500 ਕਰੋੜ ਦੇ ਨਾਲ 7,000 ਕਰੋੜ ਰੁਪਈਆ ਇਹ ਡੀਜ਼ਲ ਪੈਟਰੋਲ 10 ਰੁਪਏ ਘਟਾਉਣ ਦੇ ਨਾਲ ਹੋਏਗਾ। 4,800 ਕਰੋੜ ਰੁਪਈਆ ਬਿਜਲੀ ਦੇ ਨਾਲ ਹੋਏਗਾ। ਤੁਸੀਂ ਹਿਸਾਬ ਲਾ ਲਓ 32,000 ਕਰੋੜ ਰੁਪਈਆ ਐਡੀਸ਼ਨ ਹੋਣ ਵਾਲੀ ਹੈ। ਇਸ ਕਰਕੇ ਮੈਂ ਕਹਿੰਦਾ ਕਿ ਸਰਕਾਰ 2 ਮਹੀਨੇ ਦੇ ਲੋਲੀਪੌਪਾਂ ਨਾਲ ਨਹੀਂ ਚੱਲੇਗੀ। ਸਰਕਾਰ ਸਿਰਫ ਅਨਾਉਂਸਮੈਂਟਾਂ ਨਾਲ ਨਹੀਂ ਚੱਲ ਸਕਦੀ, ਸਰਕਾਰ ਬਜਟਰੀ ਐਲੋਕੇਸ਼ਨ ਦੇ ਨਾਲ ਚੱਲੇਗੀ। ਜਿਸ ਤਰ੍ਹਾਂ ਹੁਣ ਬਿਜਲੀ ਹੈ, ਬਿਜਲੀ ਦੇ ਵਿੱਚ ਘਾਟਾ ਹੋਇਆ ਹੈ। ਆਮ ਆਦਮੀ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਲਈ ਫਿਰਦੀ ਸੀ, ਬਿਜਲੀ ਦੇ ਬਿੱਲ ਪਾੜਦੀ ਫਿਰਦੀ ਸੀ, ਐਂ ਕਰਦੀ ਫਿਰਦੀ ਸੀ, ਮੁੱਦਾ ਖੋਇਆ ਗਿਆ ਸਾਡੇ ਤੋਂ, ਖੋਇਆ ਗਿਆ। ਲੇਕਿਨ ਕਈ ਚੀਜ਼ਾਂ ਐਸੀਆਂ ਨੇ ਜਿਹੜੀਆਂ ਹੋ ਹੀ ਨਹੀਂ ਸਕਦੀਆਂ, ਜਿਵੇਂ ਰੇਤਾ ਸਸਤਾ ਹੋਣਾ। ਜਦ ਤੱਕ ਤੁਸੀਂ ਠੇਕੇਦਾਰੀ ਸਿਸਟਮ ਨਹੀਂ ਦੂਰ ਕਰੋਗੇ, ਠੇਕੇਦਾਰ ਨੇ ਤਾਂ ਠੇਕਾ ਲਿਆ ਹੋਇਆ, ਉਹ ਕੋਈ ਸਸਤਾ ਕਰੋ। ਮੈਂ ਆਉਣ ਲੱਗਾ ਸੀ ਉਸੇ ਤੇ ਵੀ ਹੋਇਆ ਤੇ ਹੈ ਨਹੀਂ, ਨਹੀਂ ਹੋ ਸਕਦਾ ਹੀ ਨਹੀਂ। ਕੋਈ ਦੁਨੀਆ ਹੁਣ ਕੇਬਲ 100 ਰੁਪਏ ਦੀ ਹੋ ਸਕਦੀ ਹੀ ਨਹੀਂ। ਬਿਲਕੁਲ ਠੀਕ ਹੈ ਕਿ ਨਹੀਂ?
ਜਦ ਤੱਕ ਤੁਸੀਂ 36000 EMPLOYE ਨੂੰ ਪੱਕਾ ਕਰਨਾ, ਜਦ ਤੱਕ ਤੁਹਾਡੇ ਕੋਲ ਸਰਪਲਸ ਫੰਡ ਨਹੀਂ, ਜਦ ਤੱਕ ਤੁਹਾਡੀ ਸਰਕਾਰ ਦੇ ਕੋਲ ਇਨਕਮ ਨਹੀਂ, ਕਿੱਦਾਂ ਹੋਊ? ਇੱਕ ਧਰਨਾ ਤੇ ਸਿੱਧੂ ਸਾਹਿਬ ਜਿੱਥੇ ਇੰਟਰਵਿਊ ਕਰ ਰਹੇ ਬਾਹਰ ਹੀ ਲੱਗਿਆ ਪਿਆ, ਜਿੰਦਾਬਾਦ ਮੁਰਦਾਬਾਦ ਬਾਹਰ ਹੀ ਹੋ ਮੈਂ ਤਾਂ ਧਰਨਿਆਂ ਦੇ ਵਿੱਚ ਆਪ ਖੜ ਜਾਣਾ। ਜੇ ਕੋਈ ਧਰਨਾ ਲਾਉਂਦਾ ਮੈਨੂੰ ਉਹਨਾਂ ਦੇ ਉੱਤੇ ਕਦੇ ਵੀ ਗੁੱਸਾ ਨਹੀਂ ਆਇਆ। ਮੈਂ ਕਦੇ ਨਹੀਂ ਕਹਿੰਦਾ ਵੀ ਭਾਈ ਹਿੰਸਾ ਯੂਜ਼ ਕਰੋ। ਡੈਮੋਕ੍ਰੈਟਿਕ ਰਾਈਟ ਵੀ ਹੈ ਭਾਈ, ਡੈਮੋਕ੍ਰੈਟਿਕ ਰਾਈਟ ਹੈ, ਸਹੀ ਰੋਂਦੇ ਆ। ਤੇ ਜੇ ਸਾਡੇ ਕੋਲ 1000 ਕਰੋੜ ਰੁਪਈਆ ਹੋਵੇ, ਤੇ ਜੇ ਅਸੀਂ ਰੇਤ ਮਾਈਨਿੰਗ, ਤੇ ਜੇ ਅਸੀਂ ਸ਼ਰਾਬ ਜਿਹੜੀ ਡਿਸਟਿਲਰੀਆਂ ਹਰੇਕ ਬੰਦਾ ਤਗੜਾ ਬੰਦਾ ਖੋਲੀ ਫਿਰਦਾ 200 ਦੀ ਸ਼ਰਾਬ 2000 ਦੀ ਵੇਚਦਾ, ਤੇ ਜੇ ਉਹ ਬੰਦ ਕਰਕੇ 30000 ਕਰੋੜ ਰੁਪਈਆ ਸਰਕਾਰੀ ਖਜ਼ਾਨੇ 'ਚ ਪਾ ਦਈਏ, 2-3000 ਕਰੋੜ ਰੁਪਈਆ ਰੇਤੇ 'ਚੋਂ ਪਾ ਦਈਏ, ਹੈ ਤੇ ਮੈਂ ਤੁਹਾਨੂੰ ਅੱਜ ਗਾਰੰਟੀ ਦਿੰਦਾ 70-80 ਹਜ਼ਾਰ ਕਰੋੜ ਹੋ ਸਕਦਾ, ਕਿਉਂਕਿ ਡਬਲ ਹੋ ਜਾਂਦਾ ਜਦੋਂ ਤੁਸੀਂ ਸੈਂਟਰ ਦੀਆਂ ਸਕੀਮਾਂ ਦੇ ਵਿੱਚ ਪਾਉਂਦੇ ਹੋ। ਜੇ ਤੁਸੀਂ ਸੈਂਟਰ ਨੂੰ 40 ਰੁਪਏ ਦਿੰਦੇ ਹੋ ਤੇ ਉਹ 60 ਤੁਹਾਨੂੰ ਦਿੰਦਾ, ਤੇ ਬੇਵਕੂਫੀ ਹੋਈ ਨਾ, ਤੁਸੀਂ ਕਰਜ਼ਾ ਲੈ ਕੇ ਕਰਜ਼ਾ ਮੋੜ ਰਹੇ ਹੋ ਤੇ ਤੁਸੀਂ ਸਟੇਟ ਦਾ ਖਜ਼ਾਨਾ ਖਾ ਰਹੇ ਹੋ। ਇਸ ਕਰਕੇ 1000 ਕਰੋੜ ਹੋਵੇ, ਕੋਈ ਟੀਚਰ ਸੜਕਾਂ ਤੇ ਨਾ ਹੋਵੇ, 3000 ਕਰੋੜ ਰੁਪਏ ਹੋਵੇ, ਕੋਈ ਧਰਨਾ ਦੇਣ ਵਾਲਾ ਨਾ ਹੋਵੇ, ਤੇ ਫਿਰ ਮੈਨੂੰ ਇੱਕ ਗੱਲ ਦੱਸੋ, ਜਿਹੜੇ ਪੱਲੇ 54 ਰੁਪਈਆ ਕਿੱਦਾਂ ਵੰਡੂਗਾ? ਔਰ ਆਉਣ ਵਾਲੇ ਸਮੇਂ ਦੇ ਵਿੱਚ ਜੂਨ ਦੇ ਵਿੱਚ ਇਹਨੂੰ ਕਹਿੰਦੇ ਨੇ ਖਤਰੇ ਦਾ ਘੁੱਗੂ, ਲਾਲ ਬੱਤੀ ਜਲਦੀ ਹੈ ਨਾ, ਜਦੋਂ ਕੰਪਿਊਟਰ ਦੇ ਉੱਤੇ ਲਾਲ ਬੱਤੀ ਜਲਦੀ, ਦੇਖੀਏ ਇਹ ਮੁਫਤ ਦੇ ਐਲਾਨ ਵੀ ਖਤਰੇ ਦਾ ਘੁੱਗੂ ਹੈ। ਦੇਖੋ ਮੇਰੀ ਗੱਲ ਨੂੰ ਸੁਣੋ, ਕੋਈ ਵੀ ਲੁਭਾਵਨੇ ਐਲਾਨ ਬਿਨਾ ਰਿਸਰਚ, ਬਿਨਾ ਬਜਟਰੀ ਐਲੋਕੇਸ਼ਨ ਦੇ, ਬਿਨਾ ਪਾਲਿਸੀ ਦੇ ਹਮੇਸ਼ਾ ਬੈਕਫਾਇਰ ਕਰਨਗੇ। ਇਹਨੂੰ ਕਹਿੰਦੇ ਜੁਗਾੜ, ਇਹਨੂੰ ਕਹਿੰਦੇ ਸਕੀਮ। ਹੁਣ ਪਹਿਲਾਂ ਤਾਂ ਇਹ ਹੋ ਜਾਂਦਾ ਸੀ ਬਈ ਭਾਈ ਲੋਕ ਕੀ ਸੋਚਦੇ ਸੀ, ਅੱਛਾ ਆ ਫ੍ਰੀ ਮਿਲ ਜੂ, ਆ, ਪਰ ਉਹ ਕਿੰਨੀ ਦੇਰ ਲਈ ਮਿਲੂ? 2 ਮਹੀਨੇ ਲਈ ਮਿਲੂ ਜਾਂ ਅਗਲੇ 5 ਸਾਲ ਮਿਲੂ? ਹੁਣ ਪੇ ਕਮਿਸ਼ਨ 5 ਸਾਲ ਮਿਲ ਗਿਆ, ਇਹ ਆਖਰੀ 1.5-2 ਮਹੀਨੇ ਕਿਉਂ ਹੁੰਦਾ? ਇਸ ਕਰਕੇ ਵਨ ਮਸਟ ਅੰਡਰਸਟੈਂਡ ਕਿ ਜਦੋਂ ਤੁਸੀਂ ਸਰਕਾਰ 'ਚ 5 ਸਾਲ ਕੰਸਿਸਟੈਂਟਲੀ ਜੋ ਕਹਿੰਦੇ ਹੋ 10 ਚੀਜ਼ਾਂ ਕਹੋ, ਹੁਣ ਇਹ 13 ਪੁਆਇੰਟ, ਤੁਸੀਂ 10 ਚੀਜ਼ਾਂ ਕਰੋ, ਉਹਨਾਂ 'ਚੋਂ 10 ਚੋਂ 8 ਪੂਰੀਆਂ ਕਰ ਦਿਓ, ਸਰਕਾਰ ਕੋਲ ਵੋਟਾਂ ਮੰਗਣ ਜਾਣ ਦੀ ਲੋੜ ਹੀ ਨਹੀਂ, ਤੁਸੀਂ 2 ਹੀ ਕਰ ਦਿਓ। ਲੇਕਿਨ ਜਦੋਂ ਤੁਸੀਂ 500 ਵਾਅਦੇ ਕਰਦੇ ਹੋ ਤੇ 499 ਪੂਰੇ ਨਹੀਂ ਹੁੰਦੇ, ਫਿਰ ਯੂ ਟਰਾਈ ਟੂ ਜਸਟੀਫਾਈ ਯੋਰ ਫਾਲਟਸ, ਤੇ ਲੋਕਾਂ ਨੂੰ ਫਿਰ ਇਹ ਹੋ ਜਾਂਦਾ ਯਾਰ ਪੋਲੀਟੀਕਲ ਸਿਸਟਮ ਬਦਲਣਾ ਚਾਹੀਦਾ। ਫਿਰ ਤੁਹਾਨੂੰ ਲੱਗਦਾ ਸਿੱਧੂ ਸਾਹਿਬ ਵੀ ਇਹ ਜਿਹੜੇ ਐਲਾਨ ਹੋ ਰਹੇ ਆ ਵੱਡੇ ਵੱਡੇ, ਇਹ ਬਹੁਤ ਦੇਰ ਤੱਕ ਟਿਕ ਹੀ ਨਹੀਂ ਪਾਉਣਗੇ? ਕਿਉਂਕਿ ਇਲੈਕਸ਼ਨਸ ਤੋਂ ਬਾਅਦ ਜਦੋਂ ਤੁਹਾਨੂੰ ਸਾਲ ਬਾਅਦ 6 ਮਹੀਨੇ ਬਾਅਦ ਇਹ ਗ੍ਰਾਂਟਾਂ ਜਾਂ ਇਹ ਐਲਾਨ ਵਾਪਸ ਲੈਣੇ ਪੈਣਗੇ, ਜੇ ਇਹਨਾਂ ਤੋਂ ਪਿੱਛੇ ਹਟਣਾ ਪਏਗਾ, ਸਮੱਸਿਆ ਫਿਰ ਉਹੀ ਆ ਜਾਊਗੀ। ਦੇਖੋ ਐਲਾਨ ਕਰਨਾ ਕੋਈ ਮਾੜੀ ਗੱਲ ਨਹੀਂ, ਤੁਸੀਂ ਜਦੋਂ ਪੂਰਾ ਕਰਨਾ ਸਮੱਸਿਆ ਹੈ ਨਾ। ਦੇਖੋ ਤੁਸੀਂ ਕਾਬਲੀਅਤ ਦਾ ਆਂਕਲਨ ਕਿੱਦਾਂ ਕਰਦੇ ਹੋ? ਕਾਬਲੀਅਤ ਦਾ ਆਂਕਲਨ ਕੰਮ ਖਤਮ ਕਰਨ ਨਾਲ ਹੈ, ਬਿਲਕੁਲ ਕੰਮ ਸ਼ੁਰੂ ਕਰਨ ਨਾਲ ਨਹੀਂ ਹੈ। ਵੀ ਰੇਟ ਐਬਿਲਿਟੀ ਇਨ ਮੈਨ ਬਾਈ ਵਾਟ ਦੇ ਫਿਨਿਸ਼, ਨਾਟ ਬਾਈ ਵਾਟ ਦੇ ਅਟੈਂਪਟ। ਤੁਸੀਂ ਅਟੈਂਪਟ ਕਰਨ ਨਾਲ ਨਹੀਂ ਤੁਸੀਂ ਕਿਸੇ ਨੂੰ ਕ੍ਰੈਡਿਟ ਦੇ ਸਕਦੇ। ਸੋ ਇਹ ਤੇ ਕ੍ਰੈਡਿਟ ਲੋਕਾਂ ਨੇ ਦੇਣਾ ਹੈ, ਉਹਨਾਂ ਨੇ ਇਹ ਸਮਝ ਆ ਗਿਆ ਹੁਣ ਕਿ ਭਾਈ ਅੱਜ 3 ਲੱਖ ਕਰੋੜ ਦਾ ਕਰਜ਼ਾ, ਸੌਫਟ ਲੋਨ ਨੇ 2-3 ਲੱਖ ਕਰੋੜ ਦੇ 6-7 ਲੱਖ ਕਰੋੜ ਦਾ ਕਰਜ਼ਾ, ਇਹ ਅਸੀਂ ਵਾਪਸ ਦੇ ਰਹੇ ਹਾਂ। ਇਹ ਟੋਲ ਟੈਕਸ ਅਸੀਂ ਦੇ ਰਹੇ ਹਾਂ, ਇਹ ਤੇਲ ਦੇ ਉੱਤੇ ਟੈਕਸ ਅਸੀਂ ਦੇ ਰਹੇ ਹਾਂ, ਇਹ ਵੈਟ ਅਸੀਂ ਦੇ ਰਹੇ ਹਾਂ, ਸਾਰਾ ਕੁਝ ਅਸੀਂ ਦੇ ਰਹੇ ਹਾਂ। ਇਹ ਅਮੀਰ ਆਦਮੀ ਤਾਂ 225 ਕਰੋੜ ਰੁਪਏ ਦੇ ਰਿਹਾ, ਗਰੀਬ 51,000 ਕਰੋੜ ਰੁਪਏ ਦੇ ਰਿਹਾ। ਤੇ ਜੇ ਇਹ ਘਟੇਗਾ ਤੇ ਸਾਡਾ ਵੀ ਬੋਝ ਘਟੇਗਾ। ਤੁਸੀਂ ਮੇਰੀ ਗੱਲ ਨੂੰ ਸਮਝੋ, ਇਹ ਪੰਜਾਬ ਦੇ ਲੋਕ ਹੁਣ ਸਮਝ ਗਏ ਆ, ਇਹ ਮਾਫੀਆ ਰਾਜ ਖੁੱਲ ਗਿਆ। ਤਾਂ ਹੀ ਤਾਂ ਮੈਂ ਕਹਿੰਦਾ ਇਹ ਟਾਂਡਿਆਂ ਵਾਲੀਆਂ ਨਹੀਂ, ਜਾਂ ਭਾਂਡਿਆਂ ਵਾਲੀਆਂ ਨਹੀਂ। ਜੇ ਤੇ ਮਾਫੀਆ ਰਹੇਗਾ ਤੇ ਪੰਜਾਬ ਨਹੀਂ ਰਹਿੰਦਾ, ਫਿਰ ਇਹ ਰਹਿਣ ਜੋਗਾ ਨਹੀਂ ਰਹਿਣਾ ਸੂਬਾ, ਤੁਸੀਂ ਸਮਝ ਲੈਣਾ। ਤੇ ਜੇ ਇਹ ਮਾਫੀਆ ਤੋੜ ਕੇ ਇਸ ਮਾਫੀਏ ਦੀ ਕਮਾਈ ਜਿਹੜੀ ਹੈਗੀ ਹੈ ਸਰਕਾਰੀ ਖਜ਼ਾਨੇ 'ਚ ਪਾਤੀ, ਤੇ ਪੰਜਾਬ ਪੁੱਠੀ ਰਾਹ ਤੋਂ ਸਿੱਧੀ ਰਾਹ ਤੇ ਆ ਜਾਏ। ਸਿੱਧੂ ਸਾਹਿਬ ਇਹ ਬੜੀ ਵੱਡੀ ਗੱਲ ਹੈਗੀ ਹੈ, ਮਾਫੀਆ ਇੱਕ ਖਾਸ ਪਾਰਟੀ ਦੇ ਨਾਲ ਤੁਸੀਂ ਜੋੜ ਕੇ, ਤੁਸੀਂ ਜਾਂ ਸਾਰੇ ਲੀਡਰ ਗੱਲ ਕਰਦੇ ਸੀਗੇ। ਨਾ ਮੈਂ 75-25 ਕਹਿੰਦਾ, ਤੁਸੀਂ ਇੱਕ ਪਾਰਟੀ ਤੁਹਾਡਾ ਸ਼ਬਦ, ਤੁਹਾਡਾ ਮੇਰੀ ਇੱਕ ਗੱਲ ਨੂੰ ਸੁਣ, ਡੀਜੀਪੀ ਕਿਵੇਂ ਲੱਗਿਆ? ਜਿਹਨੇ ਬਾਦਲ ਨੂੰ ਕਲੀਨ ਚਿੱਟ ਦਿੱਤੀ ਹੋਵੇ ਉਹ ਕਿਵੇਂ ਲੱਗੇ? ਜਿਹਨੇ ਸੈਣੀ ਨੂੰ ਬਲੈਂਕਟ ਬੇਲ ਦਿੱਤੀ ਹੋਵੇ ਔਰ ਫਿਰ ਪਲੇਟ ਨਾ ਪਾਈ ਹੋਵੇ, ਫਿਰ ਉਹਨੂੰ ਤੋੜਨ ਦੀ ਕੋਸ਼ਿਸ਼ ਨਾ ਕੀਤੀ ਹੋਵੇ, ਤੇ ਬੇਅਦਬੀ ਦਾ ਉਹ ਕਿੱਦਾਂ ਕੰਪਲੀਟ ਹੁੰਦਾ? ਤੇ ਕਿਸ ਤਰ੍ਹਾਂ ਲੱਗ ਗਿਆ ਅਫਸਰ? ਭਾਈ ਮੈਂ ਅੱਜ ਕਿਸੇ ਨੂੰ ਅਫਸਰ ਨੂੰ ਲਾਣਾ ਹੋਵੇ, ਵੈਟਿੰਗ ਕਰਾਉਂਦੇ ਆ। ਤੁਸੀਂ ਨੌਕਰ ਰੱਖਣਾ ਹੋਵੇ, ਨੌਕਰ ਸ਼ਬਦ ਠੀਕ ਨਹੀਂ, ਸੇਵਕ ਰੱਖਣਾ ਹੋਵੇ, ਠੀਕ ਹੈ, ਤੇ ਤੁਸੀਂ ਬਾਹਰ ਤੋਂ ਪੁੱਛਦੇ ਹੋ, ਫਲਾਣੇ ਤੋਂ ਪੁੱਛਦੇ ਹੋ, ਭਾਈ ਇਹਦੀ ਵੈਟਿੰਗ ਕਰਾਓ, ਇਹ ਕਿੱਥੋਂ ਆਇਆ, ਇਹਦਾ ਕੀ ਹਿਸਾਬ ਕਿਤਾਬ ਹੈ? ਤੇ ਮਹਾਰਾਜ ਤੁਸੀਂ ਡੀਜੀਪੀ ਲਾਤਾ ਜਿਹਨੇ ਮਾਫੀਆਂ ਦਿੱਤੀਆਂ, ਠੀਕ ਹੈ, ਸੁਖਬੀਰ ਨੂੰ ਕਲੀਨ ਚਿੱਟ ਦਿੱਤੀ ਤੇ ਸੈਣੀ ਨੂੰ ਉਹ ਦਿੱਤੀ, ਤਾਂ ਅਸਤੀਫਾ ਦਿੱਤਾ। ਤੇ ਅੱਜ ਅਸਤੀਫਾ ਜਸਟੀਫਾਈਡ ਹੈ ਨਾ? ਤੇ ਅਸਤੀਫਾ ਜਿਸ ਤਰ੍ਹਾਂ ਹੀ ਜਸਟੀਫਾਈ ਉਦੋਂ ਹੋਇਆ ਜਦੋਂ ਤੁਸੀਂ ਅਫਸਰ ਦੋਨੇ ਬਦਲੇ, ਤੇ FIR ਦਰਜ ਹੈ, ਕਰਾਰ ਹੈ, ਤੇ ਬੰਦਾ ਫਰਾਰ ਹੈ। 6 ਸਾਲ ਪਹਿਲਾਂ ਤੁਸੀਂ FIR ਦਿੱਤੀ ਬੇਅਦਬੀ ਦੇ ਉੱਤੇ, ਅੱਜ ਤੱਕ ਕੀ ਹੋਇਆ? ਤੁਸੀਂ ਚਾਰਜ ਹੀ ਨਹੀਂ ਫਰੇਮ ਹੋਣ ਦਿੱਤਾ। ਤੁਸੀਂ ਜਿਹਦੇ ਤੇ FIR ਪਹਿਲਾਂ ਹੋਈ, ਜਿਹੜੇ ਜਦੋਂ ਮਤਲਬ ਸਵਾਂਗ ਰਚਾਇਆ ਸੌਦਾ ਸਾਧ ਨੇ, ਤੁਸੀਂ ਉਹ ਤੇ FIR ਦਿੱਤੀ, ਤੁਸੀਂ ਉਹ ਤੇ ਚਾਰਜ ਹੀ ਨਹੀਂ ਲਾਇਆ, ਤੁਸੀਂ ਵੋਟਾਂ ਲੈਂਦੇ ਰਹੇ ਉਹ ਤੋਂ।
ਵੋਟ ਬੈਂਕ ਪੋਲਿਟਿਕਸ ਲਈ ਬਾਹਮ ਰੋੜਦੇ ਰਹੇ। ਜਦੋਂ 2012 ਦਾ ਇਲੈਕਸ਼ਨ ਹੈ ਉਦੋਂ ਤੁਸੀਂ ਚਾਰਜ ਹੀ ਵਿਡਰਾਅ ਕਰ ਲਏ। ਗਵਾਹ ਕਹਿੰਦਾ ਮੈਂ ਹੈਗਾ ਸੀ, ਤੁਸੀਂ ਕਹਿੰਦਾ ਨਹੀਂ, ਪੁਲਿਸ ਨੇ ਉਹ ਵਿਡਰਾਅ ਕਰ ਲਏ। 2009 ਦੀ ਇਲੈਕਸ਼ਨ ਤੁਸੀਂ ਵੋਟਾਂ ਲਿੱਤੀਆਂ। ਜਿਹੜਾ ਰੋਟੀ ਬੇਟੀ ਦੀ ਸਾਂਝ ਨਾਲ ਜਿਹਦੇ ਨਾਲ ਪਾਣੀ ਹੋਵੇ ਉਸ ਬੰਦੇ ਨੂੰ ਤੁਸੀਂ ਮਾਫੀ ਦੇਤੀ ਹੈ। ਹਿੰਦੀ ਦੀ ਚਿੱਠੀ ਪੰਜਾਬੀ 'ਚ ਹੋ ਗਈ, ਸਮਝਿਆ ਨਹੀਂ। ਅਕਾਲ ਤਖਤ ਦੇ ਜਥੇਦਾਰ ਸਾਹਿਬ ਤੁਸੀਂ ਘਰੇ ਬੁਲਾਏ ਤੇ ਤੁਸੀਂ ਮੈਨੂੰ ਦੱਸੋ ਫਿਰ ਤੁਸੀਂ ਇਹ ਕਿਉਂ ਕਹਿੰਦੇ ਹੋ ਵੀ ਵੈਂਡੇਟਾ ਪੋਲਿਟਿਕਸ ਹੈ? ਲੋਕਾਂ ਨੇ ਤੁਹਾਨੂੰ ਘਰੋਂ ਨਿਕਲ ਨਹੀਂ ਦਿੱਤਾ, ਜੁੱਤੀਆਂ ਵੱਜੀਆਂ 92 ਸਾਲ ਦੇ ਬਜ਼ੁਰਗ ਦੇ, ਸਮਝਿਆ ਨਹੀਂ। ਕੰਧਾਂ ਤੋੜ ਕੇ ਤੁਸੀਂ ਭੱਜੇ, ਤੁਹਾਨੂੰ ਭੱਜਣ ਨੂੰ ਥਾਂ ਨਹੀਂ ਲੱਭੀ। ਕਿਹੜੀ ਵੈਂਡੇਟਾ ਪੋਲਿਟਿਕਸ? ਮਤਲਬ 60 ਤੋਂ ਤੁਸੀਂ 14 ਤੇ ਆ ਗਏ ਔਰ ਤੂੰ ਗੱਲਾਂ ਕਰਦਾ ਮਤਲਬ ਸੁੱਖਾ ਗੱਪੀ ਐਵੇਂ ਥੋੜਾ ਨਾਂ ਰੱਖਿਆ ISI ਫਲਾਨਾ। ਪੰਥ ਖੜਾ ਸੀ ਤੇਰੇ ਖਿਲਾਫ, ਨਾ ਕੋਈ ਹਿੰਦੂ ਖੜਾ ਸੀ ਨਾ ਕੋਈ ਹੋਰ ਖੜਾ ਸੀ। ਜਿਹੜੇ ਸਿੱਖ ਜਿਨ੍ਹਾਂ ਦੇ ਨਾਮ ਦੇ ਉੱਤੇ ਤੁਸੀਂ 40 ਸਾਲ ਰਾਜ ਕੀਤਾ ਉਹਨਾਂ ਨੇ ਠੋਕਤਾ, ਤੁਹਾਨੂੰ 14 ਸੀਟਾਂ ਤੇ ਲਿਆਤਾ। ਇਹਦੇ ਚ ਵੈਂਡੇਟਾ ਕਿੱਥੋਂ ਸੀ? ਲੋਕਾਂ ਦੀ ਅਦਾਲਤ ਛਾਰੇ ਤੁਸੀਂ। ਪਰ ਇਹਦੇ ਚ ਸਿੱਧੂ ਸਾਹਿਬ ਇੱਕ ਹੋਰ ਬੜੀ ਇੰਪੋਰਟੈਂਟ ਚੀਜ਼ ਹੋਈ ਹੈ। ਮਨਪ੍ਰੀਤ ਬਾਦਲ ਹੁਣਾਂ ਨੇ ਕਿਹਾ ਕਿ ਸਿਆਸੀ ਕੀੜਾ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਪਰਚਾ ਬਦਲਾਖੋਰੀ ਦੀ ਭਾਵਨਾ ਦੇ ਨਾਲ ਹੋਇਆ। ਮੈਂ ਤੁਹਾਨੂੰ ਐਗਜ਼ੈਕਟ ਸ਼ਬਦ ਦੱਸ ਰਿਹਾ। ਮੇਰੀ ਇੱਕ ਗੱਲ ਨੂੰ ਸੁਣੋ, ਡੈਮੋਕ੍ਰੇਸੀ ਦੀ ਬਿਊਟੀ ਕੀ ਹੈ? ਡੈਮੋਕ੍ਰੇਸੀ ਦੀ ਬਿਊਟੀ ਇਹ ਹੈ ਕਿ ਹਰੇਕ ਬੰਦੇ ਨੂੰ ਅਧਿਕਾਰ ਹੈ ਆਪਣਾ ਓਪੀਨੀਅਨ ਐਕਸਪ੍ਰੈਸ ਕਰ ਸਕਦਾ। ਸਮਝਦੇ? ਮੈਂ ਇੰਗਲੈਂਡ ਦੇ ਵਿੱਚ ਇੱਕ ਸਪੀਕਰਸ ਕਾਰਨਰ ਦੇਖਿਆ, ਉੱਥੇ ਉਹ ਖੜ ਕੇ ਕੁਈਨ ਨੂੰ ਗਾਲਾਂ ਕੱਢਣ ਤੋਂ ਸਵਾਈ ਜਿਹਨੂੰ ਮਰਜ਼ੀ ਗਾਲਾਂ ਕੱਢੀ ਜਾਓ। ਇਹ ਕਹਿਣ ਨਾਲ ਕੀ ਹੁੰਦਾ ਹੈ? ਭਾਈ ਤੁਸੀਂ ਕਿਸ ਬੇਸ ਦੇ ਉੱਤੇ ਸਰਕਾਰ ਬਦਲੀ ਸੀ? ਤੁਸੀਂ ਡਰੱਗਸ ਦੇ ਮੁੱਦੇ ਦੇ ਉੱਤੇ ਬਦਲੀ ਸੀ। ਤੁਸੀਂ ਚੀਕਾਂ ਮਾਰ-ਮਾਰ ਕੀ ਕਹਿੰਦੇ ਸੀ? ਬੇਅਦਬੀ ਦਾ ਇਨਸਾਫ ਦੇਵਾਂਗੇ, ਡਰੱਗਸ ਦਾ ਮੁੱਦਾ ਸੁਲਝਾਵਾਂਗੇ, ਵੱਡੇ ਮਗਰਮੱਛ ਬਣਾਂਗੇ। ਇਹ ਮਹਾਰਾਜ ਜੋ ਕੁਝ ਵੀ FIR ਹੋਈ ਹੈ STF ਦੀ ਰਿਪੋਰਟ ਤੇ ਹੋਈ ਹੈ। ਐਕਸਟਰਾ ਡਾਈਟ ਕਰਨ ਵਾਲੇ ਲੋਕਾਂ ਦੇ ਨਾਲ ਜਿਹੜਾ ਬੰਦਾ ਸੌਂਦਾ ਹੋਵੇ, ਲੱਖਾਂ ਫੋਟੋਆਂ ਹੋਣ ਲਾਲ ਬੱਤੀ ਵਾਲੀਆਂ ਗੱਡੀਆਂ ਦੇ ਵਿੱਚ ਜਿਹਦੇ ਚਿੱਟਾ ਜਾਂਦਾ ਹੋਵੇ, ਸਮਝਿਆ ਨਹੀਂ, ਜਿਹਨੂੰ ਨਿਰੰਜਨ ਸਿੰਘ ਨੇ ਸਰਦੀਆਂ ਦੇ ਵਿੱਚ 4 ਪਾਣੀ ਦੀਆਂ ਬੋਤਲਾਂ ਪਿਲਾਤੀਆਂ ਹੋਣ ਦਸੰਬਰ ਦੇ ਵਿੱਚ, ਉਹਦੀ ਬਦਲੀ ਹੋਈ ਹੋਵੇ, ਕਿਉਂ ਹੋਈ? ਹਾਂਜੀ। ਤੇ ਜਿਹੜਾ ਭੋਲਾ ਬਾਹਰ ਨਿਕਲ ਕੇ ਕਹਿੰਦਾ ਭਾਈ ਸਾਹਿਬ ਤਾਂ ਇਹਨੇ ਲਾਇਆ ਸੀ, ਇਹ ਛੋਟੇ-ਮੋਟੇ ਪ੍ਰੂਫ ਨੇ, ਨੈਸ਼ਨਲ ਟੈਲੀਵਿਜ਼ਨ ਤੇ ਚੱਲੇ ਇਹ। ਬੇਅਦਬੀ ਦੀਆਂ ਘਟਨਾਵਾਂ ਜਦੋਂ ਪਿਛਲੇ ਸਾਲ ਹੋਈਆਂ, ਮਤਲਬ ਪਿਛਲੇ ਇਲੈਕਸ਼ਨ ਦੇ ਦੌਰਾਨ ਹੋਈਆਂ 2015 ਜਾਂ ਉਸ ਤੋਂ ਬਾਅਦ ਹੋਈਆਂ, ਉਸ ਸਮੇਂ ਇਹ ਗੱਲ ਨਿਕਲ ਕੇ ਆਈ ਕਿ ਅਕਾਲੀ ਦਲ ਦੇ ਸਿਰ ਇਹ ਪੈ ਗਈਆਂ, ਅਕਾਲੀ ਦਲ ਉਸ ਇਨਕੁਆਇਰੀ ਦੇ ਵਿੱਚ ਫਸਿਆ। ਹੁਣ ਜਦੋਂ ਇਲੈਕਸ਼ਨਸ ਤੋਂ ਪਹਿਲੇ ਬੇਅਦਬੀ ਦੀਆਂ ਘਟਨਾਵਾਂ ਵੀ ਹੋਈਆਂ, ਹਰਮੰਦਰ ਸਾਹਿਬ ਤੱਕ ਕੋਸ਼ਿਸ਼ ਹੋ ਗਈ ਔਰ ਉਸ ਤੋਂ ਬਾਅਦ ਬੰਬ ਬਲਾਸਟ ਵੀ ਹੋ ਗਿਆ ਲੁਧਿਆਣੇ ਵਾਲਾ। ਅੱਜ ਇਹ ਚੀਜ਼ਾਂ ਕਿਉਂ ਹੋ ਰਹੀਆਂ ਨੇ? ਕਿਹਨੂੰ ਇਹ ਬੈਨੀਫਿਟ ਹੋ ਰਿਹਾ? ਅੱਜ ਇਹ ਕੋਸ਼ਿਸ਼ ਹੋਈ ਨਾ, ਬੇਅਦਬੀ ਤਾਂ ਨਹੀਂ ਹੋਈ, ਲੋਕਾਂ ਨੇ ਹੋਣ ਨਹੀਂ ਦਿੱਤੀ ਔਰ ਲੋਕਾਂ ਨੇ ਕਾਨੂੰਨ ਹੀ ਆਪਦੇ ਹੱਥ ਲੈ ਲਿਆ। ਬੇਭਰੋਸ ਕੀ ਹੈ? ਜਦੋਂ 6 ਸਾਲ ਤੁਸੀਂ ਗੁਰੂ ਨੂੰ ਇਨਸਾਫ ਨਹੀਂ ਦਿਓਗੇ, ਵੋਟਾਂ ਦੀ ਖਾਤਰ, ਪੋਲਰਾਈਜੇਸ਼ਨ ਦੀ ਖਾਤਰ ਤੁਸੀਂ ਗੁਰੂ ਦੇ ਅੰਗ ਖਿਲਾਰ ਦਿਓਗੇ, ਤੇ ਇੱਕ ਆਮ ਆਦਮੀ ਕੀ ਨਿਆਂ ਐਕਸਪੈਕਟ ਕਰਦਾ ਬਈ? ਤੇ ਗੁਰੂ ਨਿਆਂ ਲੈਣਾ ਚਾਹੇ ਤੇ ਕੱਲ ਲੈ ਲੇ। ਉਹ ਤੇ 3-4 ਚੀਫ ਮਿਨਿਸਟਰ ਨਿਬੇੜਤੇ ਉਹਨੇ, ਬਾਕੀ ਸਾਰੇ ਨਿਬੇੜਤੇ। ਪਰ ਹੈ ਤੇ ਸਿੱਧੂ ਸਾਹਿਬ ਇਹ ਸਾਜ਼ਿਸ਼ ਦਾ ਹਿੱਸਾ ਨਾ। ਇਦਾਂ ਕਿਦਾਂ ਕੋਈ ਜਾ ਕੇ ਮੇਰੀ ਗੱਲ ਨੂੰ ਸੁਣ, ਬੇਅਦਬੀ ਕਰਨ ਚਲੇ ਜਾਓ? ਇਸ ਤੋਂ ਉੱਤੇ ਦੀ ਕੋਈ ਸਾਜ਼ਿਸ਼ ਹੀ ਹੈ ਨਹੀਂ, ਕਿਉਂਕਿ ਇਹ ਤੇ ਸਾਨੂੰ ਸੇਧ ਦੇਣ ਵਾਲੀਆਂ ਚੀਜ਼ਾਂ, ਇਹ ਤੇ ਸਾਡੇ ਚਾਨਣ ਬਣਾ ਰਹੇ ਹੈ। ਇਹਨਾਂ ਨੂੰ ਮਨਫੀ ਕਰ ਦਿਓ, ਜ਼ਿੰਦਗੀ 'ਚ ਹੈ ਹੀ ਕੁਝ ਨਹੀਂ, ਮੇਰੀ ਜ਼ਿੰਦਗੀ ਤਾਂ ਕੁਝ ਨਾ ਰਹਿ ਜਾਵੇ। ਤੇ ਫਿਰ ਜਦੋਂ ਤੁਸੀਂ ਇਹੋ ਜਿਹਾ ਘਿਨੌਣਾ ਜਗਨਿਆ ਅਪਰਾਧ ਕਰਨ ਵਾਲੇ ਨੂੰ ਤੁਸੀਂ ਸਜ਼ਾ ਯਾਫਤਾ ਨਹੀਂ ਕਰਦੇ ਔਰ ਉਹ ਮਿਊਨਿਸਪੈਲਿਟੀ ਦੇ ਸਾਂਢਾਂ ਵਾਂਗੂ ਫੁੰਕਾਰੇ ਮਾਰਦਾ ਫਿਰਦਾ ਸੜਕਾਂ ਦੇ ਉੱਤੇ, ਤੇ ਤੁਸੀਂ ਕੀ ਇੰਪ੍ਰੈਸ਼ਨ ਦਿੰਦੇ ਹੋ? ਜਿਸ ਰਾਜ 'ਚ ਚੰਗਾ ਕੰਮ ਕਰਨ ਵਾਲੇ ਨੂੰ ਹੌਸਲਾ ਨਾ ਦਿਓ ਤੇ ਮਾੜਾ ਕੰਮ ਕਰਨ ਵਾਲੇ ਨੂੰ ਦੰਡਿਤ ਨਾ ਕੀਤਾ ਜਾਵੇ, ਉਹਦਾ ਤਬਾਹ ਹੋਣਾ ਨਿਸ਼ਚਿਤ ਹੈ। ਸਿੰਗਾਪੁਰ 'ਚ ਵੇਚਪੂੜੀ ਤੇ ਮੈਂ ਕਹਿੰਦਾ ਜਨਮ ਤੁਸੀਂ ਆਪਦਾ ਪਰਿਵਾਰ ਨਹੀਂ ਦੇਖੋਗੇ, ਤੁਸੀਂ ਗਏ ਕੰਮ ਤੋਂ। ਸਵਾਲ ਇੰਨਾ ਹੀ ਹੈ that the law must be feared, there has to be a deterrent। ਡਰਾਉਣਾ ਟੰਗਦੇ ਹੋ ਨਾ ਖੇਤ 'ਚ ਵੀ ਕਾਂ ਨਾ ਆਵੇ, ਤੇ ਭਾਈ ਇੱਕ ਅੱਧਾ ਪੋਲੀਟੀਸ਼ੀਅਨ ਟੰਗੋ ਨਾ। ਇਹ ਨੈਕਸਸ ਹੈ ਪੋਲੀਟੀਸ਼ੀਅਨ, ਪੁਲਿਸ ਔਰ ਡਰੱਗ ਪੈਡਲਰ ਦਾ, ਜਿਹੜਾ ਅੱਜ ਤੱਕ ਨਹੀਂ ਟੁੱਟਿਆ। ਬੇਅਦਬੀਆਂ ਨੂੰ ਲੈ ਕੇ ਮੈਂ ਬੇਅਦਬੀਆਂ ਦੀ ਗੱਲ ਕਰ ਰਿਹਾ ਨਹੀਂ, ਮੈਂ ਕਰ ਰਿਹਾ ਡਰੱਗ ਦੀ ਗੱਲ। ਔਰ ਬੇਅਦਬੀਆਂ ਦੀ ਜਿੱਥੇ ਗੱਲ ਆਉਂਦੀ ਹੈ ਤੇ ਬੇਅਦਬੀਆਂ ਦਾ ਪੋਲਰਾਈਜੇਸ਼ਨ ਦਾ, ਵੋਟਾਂ ਲੈਣ ਖਾਤਰ ਹੋਇਆ ਜੋ ਕੁਝ ਹੋਇਆ, ਸਮਝਿਆ ਨਹੀਂ? ਕਿ ਇੱਕ ਹੁਣ ਤੁਸੀਂ ਦੇਖੋ ਕਿ ਆ ਜਿਹੜੇ ਬੰਬ ਚੱਲ ਰਹੇ, ਇਹ 1.5 ਮਹੀਨਾ ਪਹਿਲਾਂ ਹੀ ਕਿਉਂ ਚੱਲਦੇ ਆ ਭਾਈ? 5 ਸਾਲ ਤਾਂ ਹੁੰਦਾ ਨਹੀਂ ਕੁਝ। ਫਿਰ ਮੈਨੂੰ ਦੱਸੋ ਬੇਅਦਬੀ ਕਿਉਂ? ਇੱਕ ਕਮਿਊਨਿਟੀ 'ਚ ਸਹਿਮ ਪਾਉਣਾ, ਠੀਕ ਹੈ? ਕਿਹੜੀ ਕਮਿਊਨਿਟੀ? ਸਭ ਨੂੰ ਪਤਾ ਹਿੰਦੂ ਕਮਿਊਨਿਟੀ 'ਚ, ਠੀਕ ਹੈ? ਉੱਥੇ ਸਹਿਮ ਪਾ ਦਿਓ, ਸਹਿਮ ਪਾ ਦਿਓ, ਇਕੱਠੇ ਹੋ ਜਾਣ, ਪੋਲਰਾਈਜੇਸ਼ਨ ਕਰਕੇ ਵੋਟਾਂ ਲੈ ਲਓ। ਇਹ ਪੰਜਾਬ 'ਚ ਸੰਭਵ ਹੈ? ਇਹਦਾ ਬੈਨੀਫਿਟ ਕਿਹਨੂੰ ਹੋਊ ਸਿੱਧੂ ਸਾਹਿਬ? ਸਭ ਨੂੰ ਪਤਾ ਕਿਹਨੂੰ ਹੋਊ। ਤੈਨੂੰ ਤੂੰ ਰੋਟੀ ਚੋਚੀ ਕਹਿੰਦਾ ਮਿੱਤਰਾ, ਮੈਨੂੰ ਇੱਕ ਗੱਲ ਦੱਸ, ਪੰਜਾਬ ਪੰਜਾਬੀਅਤ 'ਚ ਬੰਨਿਆ, ਪੰਜਾਬ ਜ਼ਾਤ ਪਾਤ ਮੰਨਦਾ, ਪੰਜਾਬ ਊਂਚ ਨੀਚ ਮੰਨਦਾ, ਪੰਜਾਬ ਤਾਂ ਗੁਰਾਂ ਨੂੰ ਮੰਨਦਾ, ਪੰਜਾਬ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਉਹ ਮੰਨਦਾ ਹੈ। ਮੈਂ ਕਹਿੰਦਾ ਮੰਦਿਰ ਮਸਜਿਦ ਹਰ ਥਾਂ ਦੇ ਉੱਤੇ ਹਰ ਧਰਮ ਦਾ ਸਨਮਾਨ ਹੁੰਦਾ ਪੰਜਾਬ ਦੇ ਵਿੱਚ, ਤੇ ਇਸੇ ਕਰਕੇ ਜਦੋਂ ਕਿਸੇ ਇੱਕ ਧਰਮ ਨੂੰ ਤੁਸੀਂ ਦੂਜੇ ਧਰਮ ਤੋਂ ਉੱਤੇ ਥਾਂਦੇ ਹੋ, ਪੰਜਾਬ ਪੁੱਠਾ ਚੱਲਦਾ। ਜਿਹੜੀ ਰਾਜਨੀਤੀ, ਜਿਹੜੀ ਸਰਕਾਰ ਧਰਮ ਦੀ ਰੱਖਿਆ ਨਾ ਕਰ ਸਕੇ, ਉਹਦਾ ਕੀ ਵਕਾਰ ਹੈ?
ਇਸ ਕਰਕੇ ਮੈਂ ਲੜਦਾ ਰਿਹਾ। ਪਰ ਸਰ ਇਹ ਤਾਂ Chief ਦੋਨੋਂ ਪਾਸੇ Minister ਨਾਲ ਹੋ ਲੜਦਾ ਗਿਆ, ਇਹਦੇ ਦੋਨੋਂ ਪਾਸੇ ਹੋ ਗਿਆ ਨਾ, ਪਿਛਲੀ ਕੋ ਹੀ ਨਾ ਹੁਣ ਵਾਲੀ ਕੋ ਹੀ। ਮੇਰੀ ਗੱਲ ਨੂੰ ਸੁਣੋ, ਜਦੋਂ ਤੁਸੀਂ ਇੱਕ ਦੂਜੇ ਤੇ ਕੱਪੜੇ ਪਾਓਗੇ ਇਹੀ 75-25 ਹੈ। ਜੋ ਤੁਸੀਂ ਡੀਜੀਪੀ ਇਹ ਜਿਹਾ ਲਾਓਗੇ ਜਿਹੜਾ ਕਲੀਨ ਚਿੱਟ ਦੇਣ ਵਾਲਾ ਹੋਵੇ ਤੇ ਇਹਦਾ ਕੀ ਮਤਲਬ ਹੈ? ਪਰ ਇਸ ਸਮੇਂ ਜਦੋਂ ਤੁਸੀਂ ਇਹ ਗੱਲ ਕਰਦੇ ਹੋ ਮਾਫੀਆ ਦੀ, ਦੂਜੇ ਸਮੇਂ ਠਹਿਰ ਮੈਂ ਅੱਜ ਗੱਲ ਕੀਤੀ, ਸੁਣ, ਮੈਂ ਸੱਤਾ ਨਹੀਂ ਹੰਡਾਈ 5 ਸਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਚ, ਪਹਿਲੀ ਕੈਬਨਿਟ 'ਚ ਕੀਤੀ, ਫਿਰ ਮਾਈਨਿੰਗ ਪਾਲਿਸੀ ਲਿਆਂਦੀ, ਫਿਰ ਠੋਕ ਕੇ ਕੇਬਲ ਦੇ ਖਿਲਾਫ ਪੂਰਾ ਝੰਡਾ ਚੱਕਿਆ। ਕਿਹੜੇ ਮਾਫੀਆ ਦੇ ਖਿਲਾਫ ਗੱਲ ਨਹੀਂ ਕੀਤੀ ਮੈਂ? ਤੇ ਨਵਜੋਤ ਸਿੰਘ ਜਦੋਂ ਸਾਰੇ ਸੱਤਾ ਮੰਨਦੇ ਸੀ, ਨਵਜੋਤ ਸਿੰਘ ਸਿੱਧੂ ਨੂੰ ਸੱਤਾ ਤੋਂ ਬਾਹਰ ਕੱਢ ਕੇ ਲੜਾਈ ਲੜਦਾ ਸੀ, ਘਰੇ ਬੈਠ ਕੇ ਵੀ ਪੰਜਾਬ ਮਾਡਲ ਦੀ ਸੋਚਦਾ ਸੀ, ਤੇ ਉੱਥੇ ਵੀ ਬਠਿੰਡੇ ਜਾ ਕੇ ਬੇਅਦਬੀ ਦੀ ਗੱਲ ਕੀਤੀ ਸੀ ਕਿ ਕਿਉਂ ਨਹੀਂ ਦਿੰਦਾ ਇਨਸਾਫ। ਤੇ ਜਦੋਂ ਮੇਰਾ ਮਹਿਕਮਾ ਬਦਲਿਆ, ਸਵਾਲ ਪੱਗ ਦਾ ਸੀ, ਸਵਾਲ ਇੱਜ਼ਤ ਦਾ ਸੀ, ਕਿਸੇ ਦੀਆਂ ਟੰਗਾਂ ਥੱਲੋਂ ਕਿਉਂ ਨਿਕਲੀਏ ਚੋਰ ਦੀਆਂ, ਜਿਹੜਾ ਨਾਚ ਨੱਚਦਾ ਹੋਵੇ ਬੀਜੇਪੀ ਦੇ ਹੱਥਾਂ 'ਚ। ਸਮਝੋ ਮੇਰੀ ਗੱਲ? ਇਸ ਕਰਕੇ ਇਹ ਨਾ ਕਹੀ ਮਿੱਤਰਾ ਕਿ ਸਰਕਾਰ ਤੁਹਾਡੀ ਸੀ, ਮੈਂ ਆਪਦੀ ਸਰਕਾਰ ਦੇ ਵਿੱਚ ਤਾਕਤ ਤੋਂ ਵਿਹੀਨ ਰਹਿ ਕੇ ਮੈਂ ਅਸੂਲਾਂ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਕੀਤਾ, ਠੋਕ ਠੋਕ ਲੜਿਆ। ਜਿਹੜੇ ਲੀਡਰਾਂ ਦਾ ਕੁਝ ਨਾਮ ਆਉਂਦਾ ਸੀਗਾ, ਉਸ ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਸੱਤਾ ਤੋਂ ਬਾਹਰ ਕਰ ਦਿੱਤੇ ਗਏ, ਉਸ ਤੋਂ ਬਾਅਦ ਉਹ ਕਹਿਣ ਲੱਗੇ ਵੀ ਬੜੇ ਸਾਰੇ ਲੋਕ ਕੋਈ ਮਾਈਨਿੰਗ 'ਚ ਸ਼ਾਮਲ ਹੈ, ਕੋਈ ਮਾਫੀਆ ਨਾਲ ਰਲਿਆ ਹੋਇਆ, ਉਹ ਨਾਮ ਕਦੇ ਬਾਹਰ ਨਹੀਂ ਆਉਂਦੇ। ਉਹ ਸੁੱਤਾ ਪਿਆ ਸੀ ਕਿ ਤੈਨੂੰ ਕਿਹਨੇ ਜਗਾਣਾ ਸੀ? ਫਿਰ ਤੂੰ ਕਾਹਦਾ ਚੀਫ ਮਿਨਿਸਟਰ ਸੀ ਮਿੱਤਰਾ? ਤੂੰ ਸਜ਼ਾ ਕਿਉਂ ਨਹੀਂ ਦਿੱਤੀ? ਤੇਰੇ ਨੱਕ ਥੱਲੇ ਮਾਈਨਿੰਗ ਹੋ ਰਹੀ ਸੀ, ਤੂੰ ਦੇਖਦਾ ਸੀ? ਮੈਂ ਕਹਿੰਦਾ ਦੁੱਧ 'ਚ ਮੱਖੀ ਪਈ ਹੋਵੇ, ਬੰਦਾ ਠੋਲਾ ਮਾਰ ਕੇ ਬਾਹਰ ਕੱਢਦਾ, ਤੇ ਤੂੰ ਕੀ ਕਰਦਾ ਸੀ ਜਦੋਂ ਤੇਰੇ ਮਾਈਨਿੰਗ ਸਿਰ ਤੇ ਹੁੰਦੀ ਹੈ? ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹੀਆਂ ਗੱਲਾਂ ਕਰਨ। ਮਤਲਬ ਲੱਗਦਾ ਕਿ ਉਹ ਨਾਮ ਵੀ ਸਿੱਧੂ ਸਾਹਿਬ ਬਾਹਰ ਆਉਣੇ ਚਾਹੀਦੇ, ਜਿਹੜੇ ਅਜੇ ਵੀ ਕੁਝ ਮਾਫੀਆ ਨਾਲ ਰਲੇ ਹੋਏ ਲੀਡਰ, ਚਾਹੇ ਕਿਸੇ ਵੀ ਪਾਰਟੀ ਦੇ ਹੋਣ, ਬਗਾਨਿਆਂ ਨੂੰ ਤੇ ਕਿਹਾ ਜਾ ਸਕਦਾ, ਚਾਹੇ ਆਪਣੀ ਪਾਰਟੀ ਦੇ ਵੀ ਹੋਣ, ਕਾਂਗਰਸ ਦੇ ਵੀ ਹੋਣ। ਅਸੀਂ ਪੰਜਾਬ ਦੇ ਭਵਿੱਖ ਲਈ ਲੜ ਰਹੇ ਹਾਂ, ਪੰਜਾਬ ਦੀ ਜਵਾਨੀ ਲਈ ਲੜ ਰਹੇ ਹਾਂ। ਇਹ ਇਲੈਕਸ਼ਨ ਅਗਲੀ ਇਲੈਕਸ਼ਨ ਲਈ ਨਹੀਂ, ਅਗਲੀ ਪੀੜ੍ਹੀ ਦੇ ਲਈ ਲੜ ਰਹੇ ਹਾਂ। ਤੇ ਫਿਰ ਜੇ ਇਹ ਇਲੈਕਸ਼ਨ ਅਸੀਂ ਅਗਲੀ ਪੀੜ੍ਹੀ ਲਈ ਲੜ ਰਹੇ ਹਾਂ, ਤੇ ਫਿਰ ਚੋਰ ਡਾਕੂਆਂ ਤੇ ਸਾਧਾਂ ਦੇ ਵਿੱਚ ਫਰਕ ਕਿਉਂ ਕਰਦੇ ਆ? ਭਾਈ ਪਾਸੇ ਕਰੋ ਨਾ, ਜਿਹਨੇ ਗਲਤ ਕੰਮ ਕੀਤਾ ਉਹਨੂੰ ਸਜ਼ਾ ਦਿਓ, ਕਿਸੇ ਪਾਰਟੀ ਦਾ ਵੀ ਹੋਵੇ, ਲੇਕਿਨ ਅਗਰ ਉਹਨੂੰ ਫੋਲਡ 'ਚ ਲਿਆਣਾ ਤਾਂ ਇੱਕ ਸਿਸਟਮ ਬਣਾਓ ਜਿੱਥੇ ਹੁਣ ਚੋਰੀ ਆਨਰ ਹੁੰਦੀ ਹੈ ਤੇ ਫਿਰ ਇਮਾਨਦਾਰੀ ਆਨਰ ਹੋਵੇ, ਉਹ ਸਿਸਟਮ ਲਿਆਓ। ਹਰੇਕ ਬੰਦਾ ਸਿਆਸੀ ਹੋਵੇ, ਹਰੇਕ ਬੰਦਾ ਆਪਣਾ ਵੋਟ ਪੰਜਾਬ ਨੂੰ ਪਾਵੇ, ਹਰੇਕ ਬੰਦਾ ਆਪਣੇ ਭਵਿੱਖ ਨੂੰ ਬਣਾਉਣ ਲਈ ਆਪਣੇ ਅਧਿਕਾਰ ਸਹੀ ਬੰਦਿਆਂ ਦੇ ਹੱਥ ਸੌਂਪੇ, ਤੇ ਭਾਈ ਮੋਰਲ ਅਥਾਰਟੀ ਦੇ ਉੱਤੇ, ਈਮਾਨ ਦੇ ਉੱਤੇ, ਸਮਝਿਆ ਨਹੀਂ? ਔਰ ਇੱਕ ਰੋਡ ਮੈਪ, ਇੱਕ ਏਜੰਡਾ। ਸਵਾਲ ਇਹ ਹੈ ਵੀ ਭਾਈ ਕਿਚੜ ਚੋਂ ਕੱਢੂ ਕੌਣ ਸਾਨੂੰ, ਤੇ ਕਿਵੇਂ ਕੱਢੂ? ਸਭ ਤੋਂ ਇੰਪੋਰਟੈਂਟ ਸਵਾਲ ਹੈ ਕਿਵੇਂ ਕੱਢੂ। ਔਰ ਪੰਜਾਬ ਇਹੀ ਦੇਖ ਰਿਹਾ ਵੀ ਕੌਣ ਕੱਢੇਗਾ ਤੇ ਕਿਵੇਂ ਕੱਢੇਗਾ। ਦੱਸ ਮੈਨੂੰ ਕਿਹਨੇ ਏਜੰਡਾ ਦਿੱਤਾ ਨਾਲ ਹੈ? ਬਿਲਕੁਲ, ਤੁਸੀਂ ਏਜੰਡਾ ਦਿੱਤਾ। ਤੁਸੀਂ ਇੱਕ ਹੋਰ ਗੱਲ ਬੜੀ ਇੰਟਰਸਟਿੰਗ, ਮੈਂ 2 ਸਾਲ ਦਾ ਦੇ ਰਿਹਾ, ਸਮਝੋ, ਮੈਂ ਕਿਸਾਨੀ ਤੇ ਵੀ ਦੇ ਰਿਹਾ, ਤੇ ਮੈਨੂੰ ਦੱਸ ਕਿਸੇ ਹੋਰ ਨੇ ਦਿੱਤਾ ਹੋਵੇ? ਮੈਂ ਹੱਕ ਕਮੇਟੀ ਦਿੱਤੀ, ਉਹੀ ਕਮੇਟੀਆਂ, ਮੈਂ ਸ਼ਰਾਬ ਵਾਲੀ ਕਮੇਟੀ ਦਾ ਉਹ ਸੀਗਾ, ਉਸ ਤੋਂ ਬਾਅਦ ਮੈਨੂੰ ਭੇਜਿਆ ਨਹੀਂ ਉਹਨਾਂ ਨੇ, ਕਿਉਂਕਿ ਸ਼ਰਾਬ ਪੌਂਟੀ ਚੱਡੇ ਹੁੰਦੇ। ਹੁਣ ਕੇਜਰੀਵਾਲ ਨੇ ਦੇਤੀ ਕਿ ਨਹੀਂ? ਦੀਪ ਮਲਹੋਤਰੇ ਨੂੰ ਦੇਤੀ, ਪੌਂਟੀ ਚੱਡੇ ਦੇ ਪਰਿਵਾਰ ਨੂੰ ਦੇਤੀ। ਕੇਜਰੀਵਾਲ ਤੇ ਪੰਜਾਬ ਚ ਆ ਕੇ ਕਹਿੰਦੇ ਸੀਐਮ ਦੇ ਇੱਕ ਪਾਸੇ ਰੇਤ ਮਾਫੀਆ ਬੈਠਾ ਹੁੰਦਾ, ਦੂਜੇ ਪਾਸੇ ਸ਼ਰਾਬ ਮਾਫੀਆ ਬੈਠਾ ਹੁੰਦਾ। ਤੇਰੇ ਨਾਲ ਦੀਪ ਮਲਹੋਤਰਾ ਨਹੀਂ ਬੈਠਾ ਹੋਏ? ਦੋ ਜ਼ੋਨਾਂ ਦੀ ਪਾਲਿਸੀ ਕੱਟ ਕੇ ਤੂੰ 4 ਜ਼ੋਨਾਂ ਦੀ ਪਾਲਿਸੀ ਦਿੱਤੀ ਨਹੀਂ ਦੀਪ ਮਲਹੋਤਰੇ ਨੂੰ, ਪੌਂਟੀ ਚੱਡੇ ਨੂੰ ਸਾਰੇ ਠੇਕੇ ਦਿੱਤੇ ਨਹੀਂ। ਤੂੰ ਕਹਿੰਦਾ ਸੀਗਾ ਮੈਂ ਪ੍ਰਾਈਵੇਟਾਈਜ਼ ਨਹੀਂ ਕਰੂੰਗਾ ਸ਼ਰਾਬ, ਮੈਂ ਗਲੀਆਂ 'ਚ ਨਹੀਂ ਵਿਕਣ ਦਊਂਗਾ, ਗਲੀ ਗਲੀ ਸ਼ਰਾਬ ਕਰਤੀ ਤੈਂ, ਤਾਂ ਹੀ ਤਾਂ ਤੂੰ ਕਹਿੰਦਾ ਸ਼ਰਾਬ 'ਚੋਂ ਮੈਂ ਇੰਨੇ ਪੈਸੇ ਕੱਢੂੰਗਾ। ਮੈਂ ਕਹਿੰਦਾ 25,000 ਕਰੋੜ ਨਿਕਲਦਾ ਪੰਜਾਬ 'ਚ, ਸਾਡੀ ਖਪਤ ਨਹੀਂ 3000, ਤੂੰ ਕਹਿੰਦਾ 20,000 ਕਰੋੜ ਰੇਤੇ 'ਚੋਂ ਨਿਕਲਦਾ। ਮੈਨੂੰ ਦੱਸ 40 ਕਰੋੜ ਉਹ ਸਾਲ ਦਾ ਕਮਾਉਂਦੇ ਰਹੇ, ਜਿੱਥੇ ਤੇਲੰਗਾਨਾ 50 ਕਰੋੜ ਰੁਪਇਆ ਹਫ਼ਤੇ 'ਚ ਕਮਾਉਂਦਾ। ਅਸੀਂ 40 ਕਰੋੜ ਸਾਲ 'ਚ, 1300 ਕਿਲੋਮੀਟਰ ਦਰਿਆ, ਤੇ ਉਹਨਾਂ ਕੋਲ 300। ਤੇ ਭਾਈ ਤੂੰ ਕਹਿੰਦਾ 20,000 ਕਰੋੜ, ਮੈਂ ਕਹਿੰਦਾ 2,000 ਕਰੋੜ ਵੀ ਕੱਢਦੇ ਮੰਨ ਜਾ। ਤੇ ਕਿੱਥੋਂ ਲਿਆਏਗਾ ਤੂੰ ਪੈਸੇ? 1,10,000 ਕਰੋੜ ਰੁਪਏ ਅਨਾਉਂਸ ਕਰ ਗਿਆ ਤੂੰ। ਝੂਠ ਦੀ ਪੰਡ। 8 ਲੱਖ ਨੌਕਰੀ ਦਊਂਗਾ, 440 ਦਿੱਤੀ ਹੈ। ਟੀਚਰ 22,000, ਮੈਂ ਉਹਨਾਂ ਦੇ ਨਾਲ ਵਿੱਚ ਬੈਠ ਕੇ ਆਇਆ, ਉਹ ਕਹਿੰਦੇ ਸਾਨੂੰ 15 ਦਿਨ ਦੇ ਕੰਟਰੈਕਟ ਤੇ ਰੱਖਿਆ ਹੋਇਆ ਇਸ ਬੰਦੇ ਨੇ, 15 ਦਿਨ ਦੇ ਕੰਟਰੈਕਟ, ਕਹਿੰਦੇ ਸਾਨੂੰ ਡੇਲੀ ਵੇਜ ਦੇ ਉੱਤੇ ਰੱਖਿਆ ਹੋਇਆ, ਬੌਂਡਡ ਲੇਬਰਰ ਬਣਾ ਕੇ। ਹਾਂਜੀ, ਕਿਹੜਾ ਪੰਜਾਬੀ ਹੈ ਤੇਰੀ ਕੈਬਨਿਟ 'ਚ? ਹੈ SYL ਤੇ ਤੇਰਾ ਕੀ ਸਟੈਂਡ ਹੈ? ਕਾਲੇ ਕਾਨੂੰਨ ਸਭ ਤੋਂ ਪਹਿਲਾਂ ਨੋਟੀਫਾਈ ਕਰਨ ਵਾਲਾ ਬੰਦਾ ਸੀ। ਹਾਂਜੀ, ਮੈਨੂੰ ਦੱਸ ਤੇ ਸਹੀ ਕੀ ਕੀਤਾ? ਅਰਵਿੰਦ ਕੇਜਰੀਵਾਲ ਨੂੰ ਮੈਂ ਸਵਾਲ ਪੁੱਛਿਆ, ਮੈਂ ਕਿਹਾ ਤੁਸੀਂ ਪੰਜਾਬ 'ਚ ਆ ਕੇ ਇਹ ਕਿਉਂ ਨਹੀਂ ਕਹਿੰਦੇ ਕਿ ਆਮ ਆਦਮੀ ਪਾਰਟੀ ਦੀ ਗਰੰਟੀ ਹੈ, ਕਿਉਂ ਕਹਿੰਦੇ ਹੋ ਕਿ ਕੇਜਰੀਵਾਲ ਦੀ ਗਰੰਟੀ? ਉਹ ਕਹਿੰਦੇ ਮੇਰੇ ਜ਼ਬਾਨ ਤੇ, ਮੇਰੇ ਚਿਹਰੇ ਤੇ ਪੰਜਾਬੀ ਭਰੋਸਾ ਬਹੁਤ ਕਰਦਾ। ਆਹੋ, ਤੇ ਤਾਂ ਫਿਰ ਬਹਿਸ ਕਰ ਸਿੱਧੂ ਨਾਲ। ਜਦੋਂ ਬਹਿਸ ਕਰਨ ਦੀ ਗੱਲ ਆਉਂਦੀ ਹੈ ਤਾਂ ਭਗਵੰਤ ਮਾਨ ਕਰੇ ਕਿਉਂ? ਤੁਸੀਂ ਭਗਵੰਤ ਨਾਲ ਬਹਿਸ ਕਿਉਂ ਨਹੀਂ ਕੀਤੀ? ਇਹਦਾ ਵੀ ਜਵਾਬ ਦਿਓ। ਕਿਉਂਕਿ ਭਗਵੰਤ ਨੇ ਚੋਰੀ ਥੋੜਾ ਨਾ ਕੀਤੀ ਹੈ ਦਿੱਲੀ 'ਚ।
ਭਗਵੰਤ ਨੇ ਥੋੜਾ ਨਾ ਇਹਨੂੰ ਦੀਪ ਮਲਹੋਤਰੇ ਨੂੰ ਠੇਕੇ ਦਿੱਤੇ ਆ। ਭਗਵੰਤ ਕੋਲ ਕਿਹੜੀ ਵਾਰ ਉਹਦਾ MP ਹੈ, ਉਹ ਕਿਹੜਾ ਸਰਕਾਰ ਚਲਾਈ ਹੈ ਉਹਨੇ? ਤੂੰ ਚਲਾਈ ਹੈ ਸਰਕਾਰ, ਠੇਕੇ ਦੇਣ ਵਾਲਾ ਤੂੰ, ਝੂਠ ਬੋਲਣ ਵਾਲਾ ਤੂੰ। 13 ਰੁਪਏ ਦੀ ਬਿਜਲੀ ਦਿੰਦਾ ਹੈ ਇੰਡਸਟਰੀ ਨੂੰ, ਤੇ ਉੱਥੋਂ ਜਿਹੜਾ ਮਾਰਜਨ ਮਿਲਦਾ ਉਹ ਦਿੰਦਾ। 2000 ਕਰੋੜ ਰੁਪਏ ਦੀ ਸਬਸਿਡੀ ਹੈ ਪੰਜਾਬ 'ਚ, 15000 ਕਰੋੜ ਰੁਪਏ ਦੀ ਸਬਸਿਡੀ ਹੈ। ਕਿਹੜੇ ਖੇਤ ਨੇ ਇਹਦੇ ਕੋਲ? 34000 ਕਰੋੜ ਰੁਪਈਆ ਦਿੱਲੀ ਦੀ ਸਰਕਾਰ ਦਿੱਲੀ ਤੇ ਖਰਚਦੀ ਹੈ। 9000 ਕਰੋੜ ਰੁਪਏ ਪੁਲਿਸ ਦਾ ਇਹ ਖਰਚਦਾ ਹੈ? ਨਹੀਂ। 7000 ਕਰੋੜ NDMC ਇਹ ਖਰਚਦਾ ਹੈ? ਨਹੀਂ। 3000 ਕਰੋੜ ਯੂਨੀਵਰਸਿਟੀਆਂ ਦਾ ਇਹ ਖਰਚਦਾ ਹੈ? ਦਿੱਲੀ ਦੀ ਸਰਕਾਰ ਖਰਚਦੀ ਹੈ। ਇਹ ਤਾਂ ਚੈੱਕ ਕੱਟਣ ਤੇ ਹੈ। 2002 ਦੇ ਵਿੱਚ ਸਰਪਲਸ ਸਟੇਟ ਸ਼ੀਲਾ ਦੀਕਸ਼ਿਤ ਨੂੰ ਦੇਖ ਕੇ ਗਈ। ਕਿਹੜੇ ਪੁਲ ਬਣਾਏ ਦੱਸ ਮੈਨੂੰ? ਦੱਸਦਾ ਨਾ, ਕਹਿੰਦਾ ਮੈਂ ਜੀ ਐਂ ਕੀਤਾ ਧਾ ਨਾ ਦੇ। ਨੰਬਰ 2 ਹਸਪਤਾਲ ਗਏ ਸੀ ਤੂੰ 20, ਤੂੰ ਕਿਹਾ ਸੀਗਾ ਮੈਂ ਇੰਨਾ ਆ ਕਰੂੰਗਾ, ਧਾ ਨਾ ਮੈਂ ਤੈਨੂੰ ਅੰਕੜੇ ਦਊਂ। ਜਵਾਬ ਹੈ ਕਿਸ ਚੀਜ਼ ਦਾ? ਪਰ ਸਿੱਧੂ ਸਾਹਿਬ ਜਦੋਂ ਅਰਵਿੰਦ ਕੇਜਰੀਵਾਲ ਤੇ ਚਿਹਰੇ ਤੇ ਇਲੈਕਸ਼ਨ ਲੜਦੇ ਆ, ਜਿੱਥੇ ਵੀ ਜਾਂਦੇ ਆ, ਜਦੋਂ ਚੰਡੀਗੜ੍ਹ ਦੇ ਵਿੱਚ MC ਚੋਣਾਂ ਜਿੱਤ ਜਾਂਦੇ, ਉਹਨਾਂ ਦਾ ਕੌਨਫੀਡੈਂਸ ਵੱਧ ਜਾਂਦਾ ਕਿ ਸਾਡਾ ਨਾਮ ਇੱਥੇ ਵੀ ਠਹਿਰ ਜਾ। ਚੰਡੀਗੜ੍ਹ 'ਚ ਕਿਹਦੀ ਸਰਕਾਰ ਸੀ ਪਿਛਲੇ 10 ਸਾਲ ਤੋਂ? ਕੌਣ MP ਸੀ? BJP। ਮਿਊਨਿਸਪੈਲਿਟੀ ਕਿਹਦੇ ਕੋਲ ਸੀ? BJP ਕੋਲ। ਇਹ ਮਹਿੰਗਾਈ ਦਾ ਇਫੈਕਟ ਹੈ। ਕਿੱਥੋਂ ਮਹਿੰਗਾਈ ਕਿੱਥੇ ਚਲੀ ਗਈ? ਤੇ ਉਹ ਲੋਕ ਇੰਨੇ ਔਖੇ ਨੇ ਕਿ ਉਹਨਾਂ ਨੇ ਵੋਟਾਂ ਪਾਤੀਆਂ। ਤੇ ਤੇਰਾ ਕੀ ਬਣਿਆ ਇੱਥੇ? ਤੂੰ 5 ਸਾਲ ਇੱਥੇ ਪਹਿਲਾਂ ਕਹਿੰਦੀ 100 ਸੀਟਾਂ ਆਣਗੀਆਂ। ਹਰ ਸਰਵੇ ਕਹਿੰਦਾ ਇਸ ਤਰ੍ਹਾਂ ਜਿਹਨੂੰ ਦੇਖੋ 1.5 ਕਰੋੜ ਦੇ ਕੇ ਸਰਵੇ ਕਰਾ ਲੈਂਦਾ, 50 ਲੱਖ ਦੇ ਕੇ ਸਰਵੇ ਕਰਾ ਲੈਂਦਾ। ਤੇ ਕੀ ਬਣਿਆ? ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ। ਮੈਂ ਵਿਧਾਨ ਸਭਾ 'ਚ ਉੱਠਿਆ ਜਦੋਂ ਇਲੈਕਸ਼ਨ ਖਤਮ ਹੋ ਗਿਆ, ਮੈਂ ਕੇਜਰੀਵਾਲ ਆ ਕੀ ਬਣਿਆ ਤੇਰੇ ਨਾਲ? ਕੁਕੜੀ ਦੇ ਫੰਗਾ ਵਾਂਗ ਖਿਲਰ ਗਿਆ ਝਾੜੂ। ਅੱਜ ਵੀ 10 MLA ਨਹੀਂ ਹੈ ਤੁਹਾਡੇ ਕੋਲ। ਗੱਲਾਂ ਕਰਦੇ ਹੋ ਤੁਸੀਂ ਵੱਡੀਆਂ। ਪਰ BJP ਨੂੰ ਲੈ ਕੇ BJP ਦਾ ਸਿਨੈਰੀਓ ਪੰਜਾਬ ਦੇ ਵਿੱਚ ਵੀ ਬਦਲ ਰਿਹਾ। ਤੁਹਾਡੇ ਸਿਟਿੰਗ MLA BJP 'ਚ ਜਾ ਰਹੇ ਆ। ਨਵਜੋਤ ਸਿੰਘ ਸਿੱਧੂ ਬਤੌਰ ਪ੍ਰਧਾਨ ਇਹਨੂੰ ਕਿਵੇਂ ਦੇਖ ਰਹੇ ਹੋ? ਬਹੁਤ ਵੱਡੀ ਪੋਸਟ ਤੇ ਹੋ ਤੁਸੀਂ। ਮੇਰੀ ਗੱਲ ਨੂੰ ਸੁਣੋ। 5 ਸਾਲ 'ਚ ਕੌਣ ਆਇਆ BJP ਦਾ? ਕਿਸੇ ਨੇ ਕੀ ਕਿਹਾ ਆ ਕੇ? ਪ੍ਰਾਈਮ ਮਿਨਿਸਟਰ ਸਾਹਿਬ ਆਏ ਆ? ਕੋਈ ਹੋਰ ਬੰਦਾ ਆਇਆ? ਕਿਸੇ ਨੇ ਵੜਨ ਦਿੱਤਾ? 2 ਸਾਲ ਤੋਂ ਤਾਂ ਕਿਸੇ ਨੇ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ। ਇਹ ਤੇ ਹੁਣ ਜਾਨ ਬਚੀ ਤੋਂ ਲੱਖੋਂ ਪਾਏ। ਤੇ ਭਾਈ ਜਿਹੜੇ ਬੰਦੇ ਨੂੰ ਟਿਕਟ ਨਹੀਂ ਮਿਲਦੀ ਜੇ ਉਹ ਚਲਿਆ ਗਿਆ ਤੇ ਹੈ ਤੇ ਕਾਂਗਰਸੀ। ਜਦੋਂ ਕਾਂਗਰਸੀ ਤਾਂ ਬੜਾ ਮਾੜਾ ਸੀ, ਹੁਣ ਤੁਹਾਡੇ ਕੋਲ ਆ ਗਿਆ ਤਾਂ ਦੇਸ਼ ਭਗਤ ਬਣ ਗਿਆ ਹੈ। ਅਸਲ 'ਚ ਤਾਂ ਪਾਰਟੀ ਛੱਡ ਕੇ ਗਿਆ, ਉਹਨੂੰ ਟਿਕਟ ਨਹੀਂ ਸੀ ਮਿਲਦੀ। ਫਿਰ ਇਹਦੇ 'ਚ ਕਿਹੜੀ ਵੱਡੀ ਮਾਰਕਾ ਮਾਰ ਰਿਹਾ ਤੁਸੀਂ? ਓਏ ਤੁਹਾਡੀਆਂ 2 ਸੀਟਾਂ ਨਹੀਂ ਆਈਆਂ। ਇਹ ਉਹੀ ਲੋਕ ਨੇ। 117 ਸੀਟਾਂ 'ਚੋਂ 2 ਸੀਟਾਂ ਆਈਆਂ। ਠੀਕ ਹੈ, ਸਿੱਧੂ ਛੱਡ ਕੇ ਗਿਆ, ਰਾਜ ਸਭਾ ਛੱਡ ਕੇ ਆਇਆ ਤੁਹਾਡੇ ਕੋਲ। ਠੀਕ ਹੈ, 15% ਵੋਟ ਘਟ ਗਈ ਤੁਹਾਡੀ। ਅੰਮ੍ਰਿਤਸਰ 'ਚ 2 ਮੰਤਰੀ ਹਾਰੇ। ਫਾਈਨਾਂਸ ਮਿਨਿਸਟਰ ਹਿੰਦੁਸਤਾਨ ਦਾ ਉੱਥੋਂ 1.5 ਲੱਖ ਵੋਟਾਂ 'ਚ ਹੋ ਗਿਆ। ਫਿਰ ਉਦੋਂ ਬਾਅਦ 2 ਮੰਤਰੀ ਹਾਰੇ। ਮਤਲਬ ਤੁਸੀਂ ਦੇਖ ਨਹੀਂ ਸਕ ਰਹੇ। ਤੇ ਤੁਸੀਂ ਇਹ ਕਹਿ ਰਹੇ ਹੋ ਵੀ ਹੁਣ 5 ਸਾਲ ਕੁੰਭ ਕਰਨ ਦੀ ਨੀਂਦ ਸੌਂ ਕੇ ਹੁਣ ਤੁਸੀਂ ਆਖਰੀ ਮਹੀਨੇ ਆਓਗੇ ਤੇ ਪਤਾ ਨਹੀਂ ਕਿੱਡੀ ਵੱਡੀ ਚੀਜ਼ ਹੋ ਗਈ, ਇੱਥੇ ਜਵਾਲਾ ਭੜਕ ਗਈ ਤੇ ਪਤਾ ਨਹੀਂ ਕਿਹੜੀ ਕ੍ਰਾਂਤੀ ਆ ਗਈ ਇੱਥੇ। ਕੀ ਹੋਇਆ? ਇਹ ਕਹਿ ਰਹੇ ਨੇ, ਮਤਲਬ ਸਮਝ ਬਣ ਰਹੀ ਹੈ ਮੋਟੇ ਤੌਰ ਦੇ ਉੱਤੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਦੇ, ਅਕਾਲੀ ਦਲ ਦੇ ਜਾਂ ਹੋਰ ਪਾਰਟੀਆਂ ਦੇ ਸਿਟਿੰਗ MLA ਤੇ ਤੁਹਾਡੀ ਸਰਕਾਰ ਦੇ ਕੁਝ ਮੰਤਰੀ ਪਾਲਾ ਬਦਲ ਕੇ BJP ਵੱਲ ਜਾ ਸਕਦੇ ਨੇ। ਵੈਸਟ ਬੰਗਾਲ 'ਚ ਨਹੀਂ ਹੋਇਆ ਸੀ? ਕਿੰਨੇ ਗਏ ਸੀ? 10 ਮਿੱਤਰਾ ਕਿੰਨੇ ਗਏ ਸੀ? ਤੇ ਕੀ ਰਿਜ਼ਲਟ ਆਇਆ? ਹੈ ਉਹੀ ਵਾਪਸ ਆਉਣਗੇ ਤੁਹਾਨੂੰ ਲੱਗਦਾ? ਵਾਪਸ ਕੀ ਉਹੀ ਹੋ ਰਿਹਾ। ਤੇ ਮਮਤਾ ਬੈਨਰਜੀ ਦਾ ਇਹ ਕਹਿੰਦੀ ਸਾਡੇ EVM ਲਾਤੀਆਂ। ਕੀ ਬੋਲੀ ਉਹ? ਤੇ ਜਦੋਂ ਤੁਸੀਂ ਲਾਸਟ 2 ਮਹੀਨਿਆਂ ਦੇ ਵਿੱਚ ਆ ਕੁਝ ਕਰਦੇ ਹੋ ਵੋਟਾਂ ਦੀ ਪੋਲਰਾਈਜੇਸ਼ਨ ਦੇ, ਮਤਲਬ ਦੇਖੋ ਭਾਈ, ਯੂ ਕੈਨ ਫੂਲ ਸਮ ਆਫ ਦ ਪੀਪਲ ਸਮ ਆਫ ਦ ਟਾਈਮ, ਨਾਟ ਆਲ ਦ ਪੀਪਲ ਆਲ ਦ ਟਾਈਮ। ਇਹ ਹਰ ਵਾਰ ਪੈਂਤੜੇ ਨਹੀਂ ਚੱਲਦੇ। ਲੱਕੜ ਦੀ ਹਾਂਡੀ ਦੁਬਾਰਾ ਅੱਗ ਤੇ ਨਹੀਂ ਚੜਦੀ ਮਿੱਤਰਾ। ਇਹ ਕਲੀਅਰ ਨੇ ਪੰਜਾਬ ਦੇ ਲੋਕ, ਉਹਨਾਂ ਨੇ ਕਿਹਨੂੰ ਵੋਟ ਪਾਣੀ ਹੈ। ਮੈਂ ਤੈਨੂੰ ਕਹਿ ਰਿਹਾ ਕਿ ਮੋਰਲ ਅਥਾਰਟੀ ਤੇ ਵੋਟ ਪਏਗੀ, ਨੈਤਿਕਤਾ ਦੀ ਤਾਕਤ ਤੇ, ਇਮਾਨਦਾਰੀ ਦੇ ਉੱਤੇ ਵੋਟ ਪਏਗੀ, ਬਦਲਾਵ ਦੇ ਲਈ ਵੋਟ ਪਏਗੀ। ਇੱਕ ਏਜੰਡਾ, ਇੱਕ ਰੋਡ ਮੈਪ। ਦੱਸ ਕਿਵੇਂ ਪੰਜਾਬ ਇਸ ਚੋਂ ਬਾਹਰ ਨਿਕਲੂਗਾ? ਤੇ ਜੇ ਕੋਈ ਲੋਲੀਪੌਪ ਦਿੰਦੇ ਹੋ, ਜੇ ਝੂਠ ਵੇਚਦੇ ਹੋ, ਪੈਸੇ ਕਿੱਥੋਂ ਲਿਆਓਗੇ? ਕਿਹੜਾ ਬਰੋਟਾ ਲੱਗਿਆ? ਕਿਹੜੀ ਤੁਹਾਡੀ ਨੋਟ ਛਾਪਣ ਦੀ ਮਸ਼ੀਨ ਹੈ ਜਿੱਥੋਂ ਤੁਸੀਂ ਪੈਸੇ ਲਿਆਣੇ ਆ? ਪਰ ਸਿੱਧੂ ਸਾਹਿਬ, ਤੁਸੀਂ ਇੱਕ ਬੜੀ ਇੰਟਰਸਟਿੰਗ ਚੀਜ਼ ਕਹੀ ਇੱਕ ਦਿਨ ਪਹਿਲੇ ਹੀ ਤੁਸੀਂ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ CM ਫੇਸ ਕੌਣ ਹੈਗਾ। ਬਰਾਤ ਕਿਹਦੀ ਹੈ, ਬਰਾਤ ਦੇ ਲਾੜੇ ਦਾ ਪਤਾ ਹੋਣਾ ਚਾਹੀਦਾ। ਪਰ ਥੋੜੀ ਦੇਰ ਬਾਅਦ ਹੀ ਸੁਨੀਲ ਜਾਖੜੇ ਨੂੰ ਡਿਨਾਈ ਕਰ ਦਿੰਦੇ ਆ ਕਿ ਲੋੜ ਨਹੀਂ ਹੈਗੀ। ਕਾਂਗਰਸ ਨੇ ਇਸੇ ਤਰ੍ਹਾਂ ਇਲੈਕਸ਼ਨ ਲੜੇ ਆ ਪੰਜਾਬ ਦੇ ਵਿੱਚ। ਮੇਰੀ ਗੱਲ ਨੂੰ ਸੁਣ, ਕੋਈ ਕੁਝ ਬੋਲੀ ਜਾਵੇ, ਉਹਦੇ ਕੋਲ ਅਥਾਰਟੀ ਹੈ? ਅਥਾਰਟੀ ਕਿਹਦੇ ਕੋਲ? ਹਾਈ ਕਮਾਂਡ ਚੋਂ ਆ ਜਾਈ। ਭਾਈ ਪਿਛਲੀ ਵਾਰ ਮੈਂ ਕਿਹਾ, ਕਰੇ ਕਿਉਂ ਡਿਨਾਈ? ਮੈਂ ਪਿਛਲੀ ਵਾਰ ਕਿਹਾ ਆਮ ਆਦਮੀ ਪਾਰਟੀ ਨੇ CM ਫੇਸ ਨਹੀਂ ਅਨਾਉਂਸ ਕੀਤਾ, ਅਸੀਂ ਮਾਰਤੀ ਆਮ ਆਦਮੀ ਪਾਰਟੀ। ਦੱਸੋ ਇਹ ਲੜਾ ਕੌਣ ਹੈ? ਬਰਾਤ ਤੁਤਰੂ ਕਰਦੀ, ਬਹੂ ਪੇਪਲ ਥੱਲੇ ਸੁੱਤੀ ਪਈ। ਮੈਂ ਕਹਿੰਦਾ ਸੀ
ਉਹ ਕਹਿੰਦੇ ਜੀ ਡਿਪਟੀ ਸੀਐਮ ਬਣ ਜਾਓ। ਮੈਂ ਤੁਹਾਡੇ ਪੱਲੇ ਕੀ ਆ ਓਏ, ਬਸ ਕਿਹਦਾ ਬਣਨਾ ਹੈ? ਇਸੇ ਗੱਲ 'ਚ ਮਾਰਤੇ। ਐਤਕੀ ਕਹਿੰਦੇ ਅਸੀਂ ਕਰਾਂਗੇ ਜੀ ਅਨਾਉਂਸ, ਹਾਲੇ ਤੱਕ ਕੀਤਾ ਨਹੀਂ। ਖਮਿਆਜਾ ਕਿਹਨੇ ਭੁਗਤਿਆ ਸਮਝਦੇ ਹੋ? ਪਿਛਲੀ ਵਾਰ ਅਨਾਉਂਸ ਨਹੀਂ ਕੀਤਾ ਸੀ। ਕੇਜਰੀਵਾਲ ਨੇ ਦਿੱਲੀ ਦੇ ਵਿੱਚ ਸੀਐਮ ਫੇਸ ਅਨਾਉਂਸ ਕੀਤਾ ਵੀ ਮੈਂ ਸੀਐਮ ਆ, ਆਪ ਘੋੜੀ ਤੇ ਚੜ ਗਿਆ। ਇੱਥੇ ਕਹਿੰਦਾ ਨਹੀਂ ਕਰਨਾ। ਅੱਜ ਵੀ ਭਗਵੰਤ ਨੂੰ ਲਾਰੇ ਲੂਰੇ ਲਾ ਕੇ ਰੱਖਿਆ, ਪਤਾ ਨਹੀਂ ਕੀ ਕਰਦੇ ਆ। ਮੈਂ ਕਹਿੰਦਾ ਉਸ ਮੁੰਡੇ ਨਾਲੋਂ ਵੱਧ ਕਿਹਨੇ ਮਿਹਨਤ ਕੀਤੀ ਹੈ ਆਮ ਆਦਮੀ ਪਾਰਟੀ ਲਈ ਹੈ। ਮੈਂ ਉਹਦੇ ਖਿਲਾਫ ਕਦੇ ਨਹੀਂ ਬੋਲਦਾ। ਇਸ ਕਰਕੇ ਇਹ ਸਮਝਣਾ ਚਾਹੀਦਾ ਹੈ ਕਿ ਭਾਈ ਤੁਹਾਡੇ ਲਈ ਕੀ ਠੀਕ ਹੈ ਤੇ ਕੀ ਗਲਤ ਹੈ। ਮੈਂ ਤਾਂ ਜਿਹੜੀ ਸੱਚ ਗੱਲ ਹੈ ਉਹ ਟਿਕਾ ਕੇ ਕਰਦਾ। ਕਿਉਂਕਿ ਅੱਛਾ, ਦੂਸਰੀ ਗੱਲ ਇਹ ਹੈ ਕਿ ਲੋਕਾਂ 'ਚ ਕੋਈ ਦੁਚਿੱਤੀ ਨਹੀਂ ਰਹਿਣੀ ਚਾਹੀਦੀ, ਨਾ ਏਜੰਡੇ ਪ੍ਰਤੀ, ਨਾ ਕੌਣ ਕੱਢੂਗਾ, ਕਿਉਂਕਿ ਅਲਟੀਮੇਟਲੀ ਐਬਸੋਲੂਟ ਪਾਵਰ ਹੈ ਚੀਫ ਮਿਨਿਸਟਰ ਕੋ। ਚੀਫ ਮਿਨਿਸਟਰੀ ਅਫਸਰਸ਼ਾਹੀ ਚਲਾਉਂਦਾ ਹੈ। ਚੀਫ ਮਿਨਿਸਟਰੀਆਂ ਗੁਲਾਮ ਬਣਾਉਂਦਾ ਹੈ। ਚੀਫ ਮਿਨਿਸਟਰੀ ਕਮਾਊ ਪੁੱਤਾਂ ਨੂੰ ਉੱਤੇ ਰੱਖਦਾ ਹੈ ਤੇ ਜਿਹੜੇ ਸਿੱਧੂ ਵਾਂਗ ਅੜਦੇ ਆ ਘਰੇ ਬਿਠਾਉਂਦਾ ਹੈ। ਤੇ ਫਿਰ ਕਿਹੜਾ ਚੀਫ ਮਿਨਿਸਟਰ ਹੋਊਗਾ ਜਿਹੜਾ ਹੁਣ ਕੱਢੂਗਾ? ਹੁਣ ਅਸੀਂ 70 ਐਮਐਲਏ ਜੇ ਬਣ ਗਏ ਜਾਂ 60 ਐਮਐਲਏ ਜੇ ਬਣ ਗਏ, ਫਿਰ ਬੀਜੇਪੀ ਦਾ ਮੁੱਖ ਮੰਤਰੀ ਬਣੂ। ਅਸੀਂ 78 ਦੇ ਅੱਗੇ ਬੀਜੇਪੀ ਦਾ ਮੁੱਖ ਮੰਤਰੀ ਸੀ। ਪੰਜਾਬ ਜਾਣਨਾ ਚਾਹੁੰਦਾ ਕਿ ਕੌਣ ਹੋਊ? ਤੇ ਮੈਂ ਕਹਿੰਦਾ ਠੋਕ ਕੇ ਟਿਕਾ ਕੇ ਮੈਂ ਹਮੇਸ਼ਾ ਹਾਈ ਕਮਾਂਡ ਦਾ ਸਨਮਾਨ ਕਰੂੰਗਾ। ਮੈਂ ਇਹ ਵੀ ਕਹਿਣਾ ਕਿ ਭਾਈ ਪੋਲਿਟਿਕਸ ਦੇ ਵਿੱਚ 5 ਨੂੰ 500 ਕਰ ਸਕਦੇ ਹੋ, 500 ਨੂੰ 5 ਵੀ ਕੀਤਾ ਜਾ ਸਕਦਾ, ਲੇਕਿਨ ਇਹ ਪੰਜਾਬ ਦੇ ਇਸ ਇਲੈਕਸ਼ਨ ਦੇ ਵਿੱਚ ਕੋਈ ਦੁਚਿੱਤੀ ਨਹੀਂ ਰਹੇਗੀ। ਕੈਪਟਨ ਅਮਰਿੰਦਰ ਸਿੰਘ ਕਿਉਂ ਲੱਥਾ? 10 ਸੀਟਾਂ ਨਹੀਂ ਸੀ ਆਉਂਦੀਆਂ ਉਹਦੀ ਲੀਡਰਸ਼ਿਪ ਦੇ ਥੱਲੇ। ਮੁੱਦੇ ਹੀ ਦੋ ਹੁੰਦੇ ਨੇ, ਜਾਂ ਤੇ ਫੇਸ ਜਾਂ ਮੁੱਦਾ। ਪਾਰਟੀ ਜੋ ਤੈਅ ਕਰੇਗੀ। 70 ਸਾਲ ਦੇ ਚਲਾਉਂਦੇ ਨੇ ਰਾਹੁਲ ਜੀ ਪਾਰਟੀ ਨੂੰ ਇਹ ਤੇ ਨਹੀਂ ਡਰ ਹੈਗਾ ਕਿਤੇ ਨਵਜੋਤ ਸਿੱਧੂ ਦਾ ਨਾਂ ਲੈ ਲਿਆ ਤੇ ਚੰਨੀ ਨਾਰਾਜ਼ ਜਾਂ ਚੰਨੀ ਦਾ ਨਾਂ ਲੈ ਰਿਹਾ ਸਿੱਧੂ ਨਾਰਾਜ਼? ਭਾਈ ਇਹ ਜੇ ਕਿਹੜੇ ਪਾਟੇ ਖਾਂ ਜਿਹੜੇ ਨਾਰਾਜ਼ ਹੋ ਜਾਣਗੇ ਭਾਈ? ਕੀ ਤੁਹਾਡੀ ਨਵਜੋਤ ਸਿੱਧੂ ਦੀ ਨਾਰਾਜ਼ਗੀ ਅਫੋਰਡ ਨਹੀਂ ਨਾ ਕਰਦੀ ਪਾਰਟੀ? ਕਿਉਂ 5 ਸਾਲ ਪਹਿਲਾਂ ਪਾਰਟੀ ਨਵਜੋਤ ਸਿੰਘ ਸਿੱਧੂ ਬਿਨਾਂ ਨਹੀਂ ਚੱਲਦੀ ਸੀ ਹੈ? ਤੇ ਇਹ ਤੇ 2 ਮਹੀਨੇ ਪਹਿਲਾਂ ਆਇਆ। ਇਹ ਕੀ ਗੱਲਾਂ ਕਰਦਾ ਯਾਰ? ਪਾਰਟੀ ਹਮੇਸ਼ਾ ਉੱਤੇ ਹੁੰਦੀ ਹੈ। ਪਾਰਟੀ ਤੋਂ ਉੱਤੇ ਸੂਬਾ ਹੁੰਦਾ ਹੈ ਔਰ ਸੂਬੇ ਤੋਂ ਉੱਤੇ ਦੇਸ਼ ਹੁੰਦਾ ਹੈ ਤੇ ਦੇਸ਼ ਤੋਂ ਉੱਤੇ ਮਾਂ-ਬਾਪ ਹੁੰਦੇ ਆ, ਮਾਂ-ਬਾਪ ਤੋਂ ਉੱਤੇ ਗੁਰੂ ਹੁੰਦਾ ਹੈ। ਲੋਕ ਦੇਖਦੇ ਜਿਹੜੇ ਗੁਰੂ ਦੇ ਨਹੀਂ ਹੋਏ ਸਾਡੇ ਕੀ ਹੋਣਗੇ। ਇਸ ਕਰਕੇ ਇੱਕ ਗੱਲ ਨੂੰ ਸਮਝ ਲੈ ਧਿਆਨ ਨਾਲ। ਪੰਜਾਬ ਦੇ ਲੋਕ ਬਹੁਤ ਸਿਆਣੇ ਨੇ। ਐਤਕੀ ਐਮਐਲਏ ਨੇ ਚੀਫ ਮਿਨਿਸਟਰ ਨਹੀਂ ਬਣਾਉਣਾ। ਐਤਕੀ ਇਹ ਧਰਤੀ ਆਪਣਾ ਵਾਰਿਸ ਖੁਦ ਚੁਣੇਗੀ। ਜ਼ਮੀਨ ਫਾੜ ਕੇ ਆਵਾਜ਼ ਆਏਗੀ ਥੱਲੋਂ। ਔਰ ਮੈਂ ਤੈਨੂੰ ਫੇਰ ਕਹਿ ਰਿਹਾ, ਜਿਹੜਾ ਬੰਦਾ ਕਲੈਰਿਟੀ ਨਹੀਂ ਦੇਗਾ ਖਤਾ ਖਾਏਗਾ। ਬਾਕੀ ਪਾਰਟੀਆਂ ਕਿਸ ਤਰੀਕੇ ਨਾਲ ਚਲਾਉਣੀਆਂ ਨੇ ਹਾਈ ਕਮਾਂਡ ਨੂੰ ਦੇਖਣਾ ਹੈ। ਅਸੀਂ ਸਿਪਾਹੀ ਹਾਂ ਕਿ ਮੈਂ ਰਾਹੁਲ ਜੀ ਨੂੰ, ਪ੍ਰਿਯੰਕਾ ਜੀ ਨੂੰ ਜ਼ਿੰਦਗੀ ਤਾ ਉਮਰ ਐਂਡ ਤੱਕ, ਆਖਰੀ ਸਵਾਸ ਤੱਕ ਨਹੀਂ ਛੱਡਾਂਗਾ। ਲੇਕਿਨ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਧੋਖਾ ਨਹੀਂ ਦੇਵਾਂਗਾ। ਪੰਜਾਬ ਦੇ ਲੋਕਾਂ ਨਾਲ ਝੂਠ ਨਹੀਂ ਬੋਲਾਂਗਾ, ਸ਼ੋ ਪੀਸ ਨਹੀਂ ਬਣਾਂਗਾ। ਔਰ ਪੰਜਾਬ ਇਹ ਆਖਰੀ ਮੌਕਾ, ਇਸ ਮੌਕੇ ਤੇ ਚੌਕਾ ਮਾਰਾਂਗਾ ਔਰ ਉਹਨਾਂ ਨੂੰ ਸੱਚ ਦੱਸਾਂਗਾ, ਰਾਹੇ ਪਾਵਾਂਗਾ। ਮੈਨੂੰ ਮਿਲੇ ਜਾਂ ਨਾ ਮਿਲੇ ਕੋਈ ਪਰਵਾਹ ਨਹੀਂ। ਸਿੱਧੂ ਸਾਹਿਬ, ਜਦੋਂ ਤੁਸੀਂ ਇਹ ਗੱਲ ਕਰਦੇ ਹੋ, ਤੁਹਾਡੀ ਪਾਰਟੀ ਦੇ ਲੀਡਰ ਸਾਂਸਦ ਰਵਨੀਤ ਸਿੰਘ ਬਿੱਟੂ ਉਹ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਇਦਾਂ ਗੱਲ ਕਰਦੇ ਕਿ ਜਦੋਂ ਤੱਕ ਮੈਨੂੰ ਸੀਐਮ ਨਹੀਂ ਬਣਾਓਗੇ ਮੈਂ ਕੁਝ ਕਰ ਨਹੀਂ ਸਕਦਾ। ਉਹ ਵੀ ਗੱਲ ਹੈ ਔਨ ਰਿਕਾਰਡ ਕਹਿੰਦੇ ਨੇ। ਭਾਈ ਕੋਈ ਕੁਝ ਮੇਰੇ ਬਾਰੇ ਬੋਲੀ ਜੇ ਮੈਂ ਬੋਲਿਆ ਉਹ ਜ਼ਰੂਰੀ ਹੈ ਵੀ ਮੈਂ ਹਰੇਕ ਨੂੰ ਜਵਾਬ ਦਿੰਦਾ ਫਿਰਦਾ? ਬੜੀ ਮੈਂ ਕਈ ਵਾਰੀ ਗੱਲ ਕਹਿ, ਮੈਨੂੰ ਬੜੀ ਖੁਸ਼ਕਿਸਮਤੀ ਹੈ ਮੇਰੀ ਕਿ ਮੇਰਾ ਛੋਟਾ ਭਾਈ ਮੇਰੇ ਬਾਰੇ ਗੱਲ ਕਰਦਾ ਹੈ। ਇਹਦਾ ਮਤਲਬ ਕੁਝ ਖਾਸ ਹੈ ਨਵਜੋਤ ਸਿੱਧੂ ਚ। ਮੈਂ ਤਾਂ ਨਹੀਂ ਕਦੇ ਕਿਹਾ ਕਿਸੇ ਦੇ ਬਾਰੇ ਕੋਈ ਟਿੱਪਣੀ ਦਿੱਤੀ ਹੈ। ਉਹਦੀ ਮਰਜ਼ੀ, ਜੋ ਮਰਜ਼ੀ ਬੋਲੇ, ਜਿਹੜਾ ਮਰਜ਼ੀ ਬੋਲੇ, ਮੈਂ ਫੇਰ ਉਹਨੂੰ ਜੱਫੀ ਪਾਉਣਾ, ਮੈਂ ਫੇਰ ਉਹਨੂੰ ਪਿਆਰ ਕਰਦਾ। ਪਰ ਪੋਲਿਟਿਕਸ 'ਚ ਪਰਸੈਪਸ਼ਨ ਇੰਪੋਰਟੈਂਟ ਹੁੰਦੀ ਤੁਹਾਨੂੰ ਲੱਗਦਾ? ਪੋਲਿਟਿਕਸ 'ਚ ਪਰਸੈਪਸ਼ਨ ਲੋਕਾਂ ਦੀ ਹੈ ਤੇ ਲੋਕ ਗੱਡ ਦੇਣਗੇ ਮੂਲੀ ਵਾਂਗੂ। ਯਾਦ ਰੱਖੀ ਮੇਰੀ ਗੱਲ, ਪੱਤਾ ਵੀ ਨਹੀਂ ਦਿਖਣਾ ਉੱਪਰ। ਗੱਡ ਦੇਣਗੇ, ਬੀਜ ਦੇਣਗੇ। ਯਾਦ ਰੱਖੀ ਐਤਕੀ, ਕਿਉਂਕਿ ਪੰਜਾਬ ਦੇ ਲੋਕ ਠੱਗੇ ਮਹਿਸੂਸ ਕਰਦੇ ਆ। ਬੇਭਰੋਸਗੀ ਹੈ ਪੰਜਾਬ ਦੇ ਲੋਕਾਂ ਨੂੰ ਤੇ ਜੇ ਉਹਨਾਂ ਨੂੰ ਕਲੈਰਿਟੀ ਨਾ ਦਿੱਤੀ, ਦੁਚਿੱਤੀ ਰਹੀ ਤੇ ਪਤਾ ਲੱਗੂ। ਇੱਥੇ ਤੇ ਕਈ ਲੋਕ ਨੇ ਜਿਹੜੇ ਪਾਰਟੀ ਨੂੰ ਹਰਾਉਣ ਦੀ ਲੋੜ ਹੀ ਨਹੀਂ, ਪਾਰਟੀ ਨੂੰ ਹਰਾ ਕੇ ਰਾਜੀ ਨੇ। ਸਮਝਦਾ? ਬੜੇ ਲੋਕ ਨੇ ਹਜੇ ਨਿੱਜੀ ਸਵਾਰਥ ਨੇ। ਲੇਕਿਨ ਜਿਹੜਾ ਪੰਜਾਬ ਨੂੰ ਜਿਤਾਉਣਾ ਚਾਹੁੰਦਾ, ਜਿਹੜਾ ਪੰਜਾਬ ਨੂੰ ਜਿਤਾਉਣਾ ਚਾਹੁੰਦਾ, ਲੋਕਾਂ ਦੀ ਜ਼ਿੰਦਗੀ ਬਦਲਣਾ ਚਾਹੁੰਦਾ, ਉਹ ਕਦੇ ਇਸ ਤਰ੍ਹਾਂ ਨਹੀਂ ਸੋਚੇਗਾ। ਨਵਜੋਤ ਸਿੰਘ ਸਿੱਧੂ ਇੱਕੋ ਚੀਜ਼ ਕਹਿੰਦਾ, ਜੇ ਤੇ ਪੰਜਾਬ ਦੇ ਲੋਕਾਂ ਨੂੰ, ਉਹਨਾਂ ਦੀ ਜ਼ਿੰਦਗੀ ਨੂੰ ਬਦਲਣ ਲਈ ਸਰਕਾਰ ਬਣਾਉਣੀ ਹੈ, ਇੱਕ ਕਲਿਆਣਕਾਰੀ ਸਟੇਟ ਬਣਾਉਣ ਲਈ ਪੰਜਾਬ ਨੂੰ, ਸਿੱਧੂ ਨੀਹਾਂ ਚੁਣ ਦਿਓ। ਸਿੱਧੂ ਆ ਮਾਡਲ ਮੂਡਲ ਸਾਰਾ ਪੰਜਾਬ ਦੇ ਵਿੱਚ ਅੱਜ ਰਾਜੀਵ ਜੀ ਦੀ ਜਿਹੜੀ ਵਿਜ਼ਨ ਸੀ ਉਹਨੂੰ ਲੈ ਕੇ। ਲੇਕਿਨ ਅਗਰ ਸੱਤਾ ਹਾਸਲ ਕਰਨੀ ਹੈ ਤੇ ਲੋਲੀਪੌਪਾਂ ਦੇ ਨਾਲ ਕਰਨੀ ਹੈ, ਸਿੱਧੂ ਹੈ ਨਹੀਂ। ਸਿੱਧੂ ਨਹੀਂ ਦਿੰਦਾ ਪੰਜਾਬ ਨੂੰ ਧੋਖਾ। ਸਿੱਧੂ ਨਹੀਂ ਕਰਦਾ ਦਰੋਹ ਪੰਜਾਬ ਦੇ ਨਾਲ ਤੇ ਸਿੱਧੂ ਨਹੀਂ ਬਣਦਾ ਸ਼ੋਪੀਸ। ਤੁਸੀਂ ਹੁਣੇ ਇਹ ਗੱਲ ਕਹੀ
ਕਿ ਕੁਝ ਲੋਕ ਪਾਰਟੀ ਨੂੰ ਹਰਾਉਣ ਦੇ ਲਈ ਵੀ ਕੰਮ ਕਰ ਰਹੇ ਨੇ। ਭਾਈ ਕਾਂਗਰਸ ਨੂੰ ਕੋਈ ਦੁਨੀਆ 'ਚ ਹਰਾ ਨਹੀਂ ਸਕਦਾ ਜੇ ਕਾਂਗਰਸ ਖੁਦ ਨੂੰ ਹਰਾਵੇ ਨਾ। ਸਿੱਧੀ ਜੀ ਗੱਲ ਹੈ। ਇਹੀ ਹੋਰ ਪਾਰਟੀਆਂ ਨੇ ਦੇਖੋ। ਨਹੀਂ ਮੇਰਾ ਗਲਤਫਹਿਮੀ ਲੱਗਦੀ ਹੈ। ਨਹੀਂ ਮੇਰਾ ਤੁਸੀਂ ਸਵਾਲ ਸੁਣ ਲਓ, ਤੁਸੀਂ ਫਿਰ ਜਵਾਬ ਦਿਓ। ਜਿਹੜੀ ਇਹ ਗੱਲ ਹੈ ਕਿ ਕੁਝ ਲੋਕ ਪਾਰਟੀ ਨੂੰ ਹਰਾਉਣ ਦੇ ਲਈ ਕੰਮ ਕਰ ਰਹੇ ਨੇ, ਜਿਸ ਤਰ੍ਹਾਂ ਤੁਸੀਂ ਕੁਝ ਕੈਂਡੀਡੇਟਸ ਨੂੰ ਜਾ ਕੇ ਥਾਪੜਾ ਦਿੱਤਾ, ਹੁਣ ਉਹਨਾਂ ਨੂੰ ਹਜੇ ਕੈਂਡੀਡੇਟਸ ਕਿਹਾ ਜਾਏ ਜਾਂ ਨਾ ਕਿਹਾ ਜਾਏ, ਅਸ਼ਵਨੀ ਸੇਖੜੀ ਹੋਣ, ਬਨੀ ਸੰਧੂ ਹੋਣ ਜਾਂ ਨਵਤੇਜ ਚੀਮਾ ਹੋਣ, ਇਸ ਤਰ੍ਹਾਂ ਦੀ ਗੱਲ ਨਹੀਂ। ਇਸ ਤਰ੍ਹਾਂ ਦੀ ਗੱਲ ਤੁਸੀਂ ਮੇਰਾ ਸਵਾਲ ਜਦੋਂ ਤੁਸੀਂ ਨਹੀਂ, ਮੈਂ ਕੁਝ ਲੋਕ ਇਹ ਗੱਲ ਕਹਿ ਰਹੇ ਨੇ ਕਿ ਸਿੱਧੂ ਸਾਹਿਬ ਉਹਨੂੰ ਥਾਪੜਾ ਤੇ ਦੇ ਆਏ, ਜੇ ਕੱਲ ਨੂੰ ਡਿਸੀਜਨ ਹੋਰ ਹੋ ਗਿਆ ਇਹ ਹਲਕਿਆਂ ਦੇ ਵਿੱਚ ਰਫੜ ਪੈ ਜਾਊ। ਬਿਲਕੁਲ ਗਲਤ ਗੱਲ। ਉਹੀ ਚੀਜ਼ਾਂ ਹੋਈਆਂ ਨੇ ਕਿ ਭਾਈ ਮੈਂ ਆਪਣੀ ਕਨਸਟੀਚੁਐਂਸੀ 5 ਸਾਲ ਠੀਕ ਚਲਾਉਂਦਾ ਨਹੀਂ, ਮੈਂ ਉੱਥੋਂ ਹਰਦਾ ਤੇ ਮੈਂ ਛੱਡ ਕੇ ਦੂਜੇ ਚੀਜ਼ ਕਨਸਟੀਚੁਐਂਸੀ 'ਚ ਵੜਦਾ ਮਾਈਗ੍ਰੇਟਰੀ ਬਰਡ ਬਣ ਕੇ। ਨਹੀਂ ਕਰਨ ਦਿਆਂਗੇ ਅਸੀਂ। ਨਿਰਣਾ ਹੋ ਗਿਆ ਗੱਲ। ਬੜੇ ਵੱਡੇ ਲੀਡਰਾਂ ਦੇ ਨਾਮ ਚੱਲਦੇ ਉਹਨਾਂ 'ਚ। ਮੈਂ ਕਿਹਾ ਜਿੰਨੇ ਮਰਜ਼ੀਆਂ ਦੇ ਨਾਂ ਚੱਲਣ, ਜਾਂ ਤੇ ਆਪਣੀ ਕਨਸਟੀਚੁਐਂਸੀ ਸਾਂਭੋ, ਆਪਣੇ ਕਰਮਾਂ ਦਾ ਭੁਗਤਾਨ ਕਰੋ। ਦੌੜਨ ਨਹੀਂ ਦਿਆਂਗੇ, ਪਿੱਠ ਨਹੀਂ ਦਿਖਾਣ ਦਿਆਂਗੇ ਤੇ ਕਿਸੇ ਹੋਰ ਦੇ ਦੁੱਧ 'ਚ ਖੱਟਾ ਵੀ ਨਹੀਂ ਪਾਣ ਦਿਆਂਗੇ। ਮੰਤਰੀ ਸੰਤਰੀ ਦੀ ਗੱਲ ਹੀ ਨਹੀਂ। ਹਰ ਬੰਦਾ ਵਰਕਰ ਹੈ। ਮੈਂ ਵਰਕਰ ਹਾਂ ਕਾਂਗਰਸ ਦਾ। ਹਰੇਕ ਬੰਦਾ ਉਸ ਤਰ੍ਹਾਂ ਹੀ ਹੈ। ਹੋਰ ਦੱਸ। ਵਿਕਰਮ ਸਿੰਘ ਮਜੀਠੀਆ ਤੇ ਜਿਹੜੀ FIR ਦਰਜ ਹੋਈ ਹੈ, ਮੈਂ ਦੁਬਾਰਾ ਉਸੇ ਸਵਾਲ ਤੇ ਆਉਣਾ ਚਾਹੁੰਦਾ। FIR ਤੋਂ ਗਾਂ ਕਾਰਵਾਈ ਤੇ ਹੋਈ ਨਹੀਂ, ਪਰ ਹੁਣ FIR ਨੂੰ ਹੀ ਇੱਕ ਪ੍ਰਾਪਤੀ ਦੇ ਤੌਰ ਤੇ ਦਿਖਾਇਆ ਜਾਣ ਲੱਗਾ। ਉਸ ਨੂੰ ਲੈ ਕੇ ਵੀ ਬੜੀਆਂ ਸਾਰੀਆਂ ਗੱਲਾਂ ਹੋ ਰਹੀਆਂ ਨੇ। ਤੁਸੀਂ ਥੋੜਾ ਜਿਹਾ ਕਲੀਅਰ ਕਰਕੇ ਉਹਦਾ ਜਵਾਬ ਦਿਓ। There is many a slip between the cup and the lip। ਇਹਦਾ ਮਤਲਬ ਕੀ ਹੈ ਕਿ ਇਹ ਪਹਿਲਾ ਸਟੈਪ ਹੈ। ਇਹ ਪਹਿਲੇ ਸਟੈਪ ਤੋਂ ਲੈ ਕੇ ਅੰਜਾਮ ਤੱਕ ਬੜੀ ਵੱਡੀ ਜਰਨੀ ਹੈ। ਅਗਰ ਉਹ ਜਰਨੀ ਪੂਰੀ ਕਰਾਂਗੇ ਸ਼੍ਰੇ ਮਿਲੇਗਾ, ਕਿਉਂਕਿ ਜਦੋਂ ਕਿਸੇ ਗੁਨਾਹਗਾਰ ਨੂੰ, ਪ੍ਰੂਵਨ ਗੁਨਾਹਗਾਰ ਨੂੰ ਸਜ਼ਾ ਮਿਲਦੀ ਹੈ ਤੇ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੁੰਦੀ ਹੈ। ਲੇਕਿਨ ਜਦੋਂ ਤੁਸੀਂ ਕੋਈ ਫਾਰਮੈਲਿਟੀ ਕਰਦੇ ਹੋ, ਫਿਰ ਲੋਕ ਇਹ ਵੀ ਸਮਝ ਜਾਂਦੇ ਆ ਵੀ ਸਾਡਾ ਬੇਵਕੂਫ ਬਣਾਈ ਤੁਰੀ ਜਾਂਦੇ ਆ। ਉਹ ਬੇਭਰੋਸਗੀ ਆਉਂਦੀ ਹੈ। ਇਸ ਕਰਕੇ ਇਹ ਤਾਂ ਸਮਾਂ ਦੱਸੇਗਾ। ਮੈਂ ਸੁਖਬੀਰ ਬਾਦਲ ਨੂੰ ਇੰਟਰਵਿਊ ਕੀਤਾ ਸੀ 3 ਦਿਨ ਪਹਿਲਾਂ। ਮੈਂ ਉਹਨਾਂ ਨੂੰ ਸਵਾਲ ਕੀਤਾ, ਮੈਂ ਕਿਹਾ ਵੀ ਐਂਟੀਸਪੇਟਰੀ ਬੇਲ ਰੱਦ ਹੋ ਗਈ, ਫਿਰ ਕੀ ਪੇਸ਼ ਕਰਾਓਗੇ ਵਿਕਰਮ ਮਜੀਠੀਆ ਨੂੰ? ਕਹਿੰਦੇ ਪੇਸ਼ ਨਹੀਂ ਕਰਾਉਂਦੇ, ਝੂਠਾ ਪਰਚਾ ਅਸੀਂ ਲੜਾਂਗੇ। ਤੇ ਫਿਰ ਜੇ ਝੂਠਾ ਪਰਚਾ ਪੇਸ਼ ਕਰਾ ਦਿਓ ਪੇਸ਼, ਫਿਰ ਭੱਜਿਆ ਕਿਉਂ ਹੈ? ਫਿਰ ਫਰਾਰ ਕਿਉਂ ਹੈ? ਫਿਰ ਦੁੜਕੀ ਕਿਉਂ ਲਾਈ ਹੈ? ਜੇ ਦਮ ਹੈ ਤਾਂ ਖੜਾ ਹੋ ਨਾ। ਹੈ ਸਾਡੇ ਇਲਜ਼ਾਮ ਤਾਂ ਚੱਕਣਾ ਬੜਿਆਂ ਦੇ ਉੱਤੇ ਲਾਣਾ ਹੈ, ਤੇ ਹੁਣ ਭੱਜਿਆ ਕਿਉਂ ਹੈ? ਦੁਨੀਆ ਕੀ ਕਹਿੰਦੀ ਹੈ? ਭਗੌੜਾ, ਫਰਾਰ ਹੈ। ਪਰ ਸਿੱਧੂ ਸਾਹਿਬ, ਜਿਸ ਪੰਜਾਬ ਦੇ ਜਿਹੜੇ ਕੇਬਲ ਨੈਟਵਰਕ ਨੂੰ ਕਾਂਗਰਸੀ ਲੀਡਰ, ਤੁਸੀਂ ਜਾਂ ਹੋਰ ਲੀਡਰ ਕੇਬਲ ਮਾਫੀਆ ਕਹਿੰਦੇ, ਕਾਰਵਾਈ ਉਹਦੇ ਤੇ ਵੀ ਕੋਈ ਨਹੀਂ ਹੋਈ। ਭਾਈ ਕੀ ਕਰ ਰਹੇ ਹੋ? ਕਿਹਦੇ ਤੇ ਹੋਈ ਹੈ ਮੈਨੂੰ ਦੱਸ। ਜਿਹੜਾ ਬੰਦਾ ਪਹਾੜਾਂ ਦੇ ਪਹਾੜ ਖਾ ਗਿਆ ਹੋਵੇ, ਉਹ ਰੇਤੇ ਦੀ ਪਾਲਿਸੀ ਕਿਵੇਂ ਲਿਆਊ? ਜਿਹੜਾ ਬੰਦਾ ਡਿਸਟਿਲਰੀ ਆਪ ਰਨ ਕਰਦਾ ਹੋਵੇ, 200 ਦੀ ਸ਼ਰਾਬ 800 ਚ ਵੇਚਦਾ ਹੋਵੇ, ਜ਼ਹਿਰੀਲੀਆਂ ਸ਼ਰਾਬਾਂ ਵੇਚਦਾ ਹੋਵੇ, ਧੰਦਾ ਕਰਦਾ ਹੋਵੇ ਸ਼ਰਾਬ ਦਾ, ਹਾਂਜੀ, ਉਹ ਬੰਦਾ ਰਾਤ ਨੂੰ 4 ਪੈਗ ਲਾ ਕੇ ਸਵੇਰੇ ਸਟੇਜ ਤੇ ਕਰਕੇ ਕਹੂਗਾ ਦਾਰੂ ਪੀਣਾ ਹਾਨੀਕਾਰਕ ਹੈ। ਇਸੇ ਕਰਕੇ ਕਹਿੰਦਾ ਲਾਗੂ ਕੌਣ ਕਰੂ? ਇਹ ਮਾਡਲ ਦੇ ਪਾਲਿਸੀਆਂ ਬਣਾਉਂਦੇ ਨੇ, ਲਾਗੂ ਕੌਣ ਕਰੂ? ਲਾਗੂ ਕਰਨ ਲਈ ਉੱਤੇ ਇਮਾਨਦਾਰੀ ਚਾਹੀਦੀ ਹੈ, ਥੱਲੇ ਤੱਕ ਆਊਗੀ। ਲੇਕਿਨ ਜੇ ਉੱਤੇ ਚੋਰ ਬਾਤਾ ਫਿਰ 25 ਸਾਲਾਂ ਵਾਂਗ, ਤੇ ਫਿਰ 10% ਸੇਵਾ ਹੈ ਤੇ 90% ਮੇਵਾ ਹੈ, ਧੰਦਾ ਹੈ। ਨਵਜੋਤ ਸਿੱਧੂ ਦੇ 13 ਪੁਆਇੰਟ ਏਜੰਡੇ ਦੇ ਵਿੱਚ ਮਾਫੀਆ ਦੇ ਲਈ ਕੀ ਆ? ਜਿੰਨੇ ਵੀ ਕਿਸਮ ਦਾ ਮਾਫੀਆ ਪੰਜਾਬ 'ਚ ਚੱਲਦਾ, ਸਿੰਪਲ ਸਟੇਟ ਓਨਡ ਕਾਰਪੋਰੇਸ਼ਨ, ਰੇਤੇ ਦੀ ਕਾਰਪੋਰੇਸ਼ਨ ਬਣਾਓ, ਸਟੇਟ ਓਨਡ, ਸ਼ਰਾਬ ਸਟੇਟ ਓਨਡ, ਵੈਟ ਲਾਓ। ਤਾਮਿਲਨਾਡੂ 35-37 ਹਜ਼ਾਰ ਕਰੋੜ ਰੁਪਏ ਕਮਾਉਂਦਾ, ਤੁਹਾਡੇ ਨਾਲ ਸ਼ੁਰੂ ਹੋਇਆ ਸੀ 2002 ਦੇ ਵਿੱਚ 2000 ਕਰੋੜ ਕਮਾਉਂਦੇ ਤੁਸੀਂ ਵੀ ਤੇ ਤਾਮਿਲਨਾਡੂ ਵੀ। ਉਹ 37 ਹਜ਼ਾਰ ਕਰੋੜ ਕਮਾਉਂਦੇ, ਤੁਸੀਂ 3000 ਕਰੋੜ, ਤੁਸੀਂ 500 ਕਮਾਉਣ ਨੂੰ ਦੇਖਦੇ ਹੋ, ਉਹ 2-2 ਹਜ਼ਾਰ ਕਰੋੜ ਸਾਲ ਦਾ ਵਧਾ ਦਿੰਦੇ ਆ। ਇੱਕ ਡਿਪਾਰਟਮੈਂਟ ਤੁਹਾਨੂੰ ਚੱਕ ਸਕਦਾ। ਕਿਹਾ ਜਾਂਦਾ ਕਿ ਜਿਹੜਾ ਲੋਕਤੰਤਰ ਹੈ ਉਹ ਪੰਚਾਇਤਾਂ ਤੋਂ ਸੰਸਦ ਤੱਕ ਜਾਂਦਾ, ਜੋ ਉਹਦੀ ਖੂਬਸੂਰਤੀ ਦੇ ਆਪਣੀ ਖੂਬਸੂਰਤੀ ਦੇ ਵਿੱਚ ਬਰਕਰਾਰ ਰਵੇ। ਤੁਸੀਂ ਪੰਚਾਇਤ ਸਿਸਟਮ ਦੇ ਲਈ ਵੀ ਇੱਕ ਨਵੀਂ ਗੱਲ ਲੈ ਕੇ ਆਏ ਕਿ ਅਸੀਂ ਸਰਪੰਚਾਂ ਨੂੰ ਇੰਪਾਵਰ ਕਰਨਾ। ਸਰਪੰਚ ਕਿਹਾ ਜਾਂਦਾ ਸੀਗਾ ਕਿ ਪੰਚਾਇਤ ਸੈਕਟਰੀਆਂ ਦੇ ਗੋਡੇ ਘੁੱਟਦੇ ਰਹਿੰਦੇ ਸਾਰਾ ਦਿਨ। ਅੱਜ ਤਾਂ ਸਭ ਤੋਂ ਵੱਡਾ ਸਵਾਲ ਇਹ ਕੀਤਾ ਰਾਜੀਵ ਦੀ ਜੀ, ਇਹ ਸਭ ਤੋਂ ਵੱਡੀ ਵਿਜ਼ਨ ਸੀ। ਰਾਜੀਵ ਗਾਂਧੀ ਜੀ ਵਿਜ਼ਨਰੀ ਲੀਡਰ ਸੀ, ਉਹਦੀ ਸਭ ਤੋਂ ਵੱਡੀ ਵਿਜ਼ਨ ਸੀ ਕਿ ਬੇਸ ਤੋਂ ਡਿਵੈਲਪਮੈਂਟ ਸ਼ੁਰੂ ਹੋਵੇ, ਡੈਮੋਕ੍ਰੇਸੀ ਬੇਸ ਤੋਂ ਸ਼ੁਰੂ ਹੋਵੇ, ਲੋਕਤੰਤਰਿਕ ਅਧਿਕਾਰ ਬੇਸ ਤੋਂ ਸ਼ੁਰੂ ਹੋਣ। ਬਗੈਰ ਨੀਂਹ ਰੱਖੇ ਇਮਾਰਤ ਨਹੀਂ ਬਣ ਸਕਦੀ। ਇਸ ਕਰਕੇ ਸਰਪੰਚ ਇਲੈਕਟਡ ਹੋਣ, ਸਰਪੰਚਾਂ ਦੇ ਕੋਲ 170 ਕੰਮ ਕਰਨ ਦੀ ਤਾਕਤ ਹੋਵੇ, 15 ਤੋਂ 20 ਟੈਕਸ ਲਾਉਣ ਦੀ ਤਾਕਤ ਹੋਵੇ, ਆਪ ਕਮਾਣ, ਆਪ ਖਾਣ, ਆਤਮ ਨਿਰਭਰ ਹੋ ਕੇ, ਖੁਦ ਮੁਖਤਿਆਰ ਹੋ ਕੇ ਸਰਪੰਚੀ ਚੱਲੇ। ਹੁਣ ਸਰਪੰਚੀ ਸੈਕਟਰੀਆਂ ਦੇ, ਪੰਚਾਇਤ ਸੈਕਟਰੀ ਦੇ ਸਾਈਨ ਦੇ ਨਾਲ ਚੱਲਦੀ ਹੈ। ਮੈਂ ਕਹਿੰਦਾ ਪੰਚਾਇਤ ਸਵਰਾਜ
ਜਿਹੜੀ ਸਟਾਰਟ ਹੈ ਜਿਹਦਾ ਉਥੋਂ ਇਲੈਕਸ਼ਨ ਹੋ ਕੇ ਸਰਪੰਚ ਬਣੇ। ਅੱਜ ਕੱਲ ਤਾਂ 5-5 ਲੱਖ ਲੈ ਕੇ ਸਰਪੰਚ ਬਣਾਉਂਦੇ ਆ। ਕਿਉਂ ਬਣਾਵੇ ਬਈ? ਫੇ ਸਰਪੰਚੀ ਨੂੰ ਕਾਬੂ ਕਰਕੇ ਇੱਕ ਮਿਨਿਸਟਰੀ ਦਾ ਗੁਲਾਮ ਬਣਾਤਾ, ਉਸ ਮਿਨਿਸਟਰੀ ਨੂੰ ਅੱਗੇ ਇੱਕ ਮੁੱਖ ਮੰਤਰੀ ਨੂੰ ਦੇਤਾ, ਫਿਰ ਉਹ ਨਚਾਉਂਦਾ, ਫਿਰ ਉਹ ਨਚਾ ਕੇ ਉਸ ਨੂੰ ਪਾਵਰ ਦਾ ਜ਼ਰੀਆ ਬਣਾਉਂਦਾ। ਪੁੱਠਾ ਹੋਣਾ ਚਾਹੀਦਾ ਹੈ। ਸਰਪੰਚ ਚੁਣਨ, ਐਮਐਲਏ 110 ਸਰਪੰਚ ਕਹਿਣਾ ਆਹ ਬੰਦਾ ਚਾਹੀਦਾ ਹੈ, ਤੇ ਫਿਰ ਤੇ ਪਾਵਰ ਥੱਲੋਂ ਐ ਉੱਤੇ ਆਈ ਨਾ ਜ਼ਮੀਨ ਫਾੜ ਕੇ। ਹੋਏਗੀ ਕਿੱਦਾਂ ਇਹ ਬਿਲਕੁਲ ਇਦਾਂ ਹੀ ਹੋਏਗੀ ਕਿ ਉਹਨਾਂ ਦੀਆਂ ਤਾਕਤਾਂ ਉਹਨਾਂ ਨੂੰ ਦਿਓ। ਪੰਚਾਇਤ ਸੈਕਟਰੀ ਤੋਂ ਖੋ ਕੇ ਤੁਸੀਂ ਪੰਚ ਸਰਪੰਚ 170 ਕੰਮ ਕਰਨ ਪਿੰਡ ਦੇ, ਟੈਕਸ ਲਾਉਣ, ਪੈਸੇ ਕਮਾਉਣ, ਆਪਣੇ ਪੈਸੇ ਆਪ ਖਰਚਣ, ਤੇ ਤੁਸੀਂ ਆਡਿਟ ਕਰੋ, ਚੈਕਿੰਗ ਕਰੋ, ਜੋ ਮਰਜ਼ੀ ਕਰੋ, ਲੇਕਿਨ ਉਹ ਖੁਦ ਮੁਖਤਿਆਰ ਨੇ, ਆਪਣੇ ਨਿਰਣੇ ਉਹ ਲੈਣ, ਫੈਸਲੇ ਉਹ ਲੈਣ। ਤੁਸੀਂ ਏਡੇ ਤਜਰਬੇਕਾਰ ਹੰਢੇ ਹੋਏ ਸਿਆਸਤਦਾਨ ਹੋ, ਮਾਹੌਲ ਦੇਖ ਲੈਂਦੇ ਹੋ। ਪੰਜਾਬ ਦੇ ਵਿੱਚ ਹੁਣ ਤੁਸੀਂ ਇੰਨਾ ਫਿਰ ਤੁਰ ਰਹੇ ਹੋ, ਮਾਹੌਲ ਕੀ ਦੇਖ ਰਹੇ ਹੋ? ਇਮਾਨਦਾਰ ਐਨਾਲਿਸਿਸ ਦੱਸਿਓ। ਕਿਉਂਕਿ ਕਿਸਾਨਾਂ ਦੀ ਪਾਰਟੀ ਵੀ ਆ ਗਈ, ਆਪ ਬੀਜੇਪੀ ਤੇ ਹਜੇ ਕਿਸੇ ਨੇ ਕੋਈ ਮਨ ਨਹੀਂ ਬਣਾਇਆ। ਮਨ ਉਦੋਂ ਬਣਨਾ ਹੈ ਜਦੋਂ ਲੋਕਾਂ ਨੂੰ ਇਹ ਪਤਾ ਲੱਗਣਾ ਹੈ ਭਾਈ ਕਿਹਦੇ ਹੱਥ ਵਾਗਡੋਰ ਆਣੀ ਹੈ, ਭਾਈ ਆ ਫਲਾਨਾ ਬੰਦਾ ਕੌਣ ਹੈ ਤੇ ਫਲਾਨੇ ਕੈਂਡੀਡੇਟ ਕੌਣ ਨੇ, ਆ ਕੈਂਡੀਡੇਟ ਸਾਡੇ ਅੱਗੇ ਕੌਣ ਹੈ, ਅਸੀਂ ਕਿਹਨੂੰ ਵੋਟ ਪਾਣੀ ਹੈ, ਤੇ ਸਾਡਾ ਮੁਕੱਦਰ ਕੌਣ ਬਣਾਊਗਾ, ਸਾਡੇ ਨਿਰਣੇ ਕੌਣ ਲਊਗਾ, ਅਸੀਂ ਆਪਣੇ ਮੁਕੱਦਰ 5 ਸਾਲ ਦਾ ਕਿਹਨੂੰ ਦੇਣਾ। ਸਮਝਦਾ ਮੇਰੀ ਗੱਲ? ਇਸ ਕਰਕੇ ਇਸ ਸਭ ਤੋਂ ਵੱਡੀ ਗੱਲ ਨੂੰ ਸਮਝੋ ਕਿ ਜਿਹੜੀ ਲੋਕਤਾਂਤਰਿਕ ਪਾਰਟੀ ਹੈ ਉਹ ਇਹ ਸਮਝ ਲਵੇ ਕਿ ਐਦਕੀ ਲੋਕਾਂ ਨੇ ਫੈਸਲਾ ਕਰਨਾ ਹੈ ਤੇ ਲੋਕਾਂ ਦੀ ਅਦਾਲਤ ਦੇ ਵਿੱਚ ਫੈਸਲਾ ਹੈ। ਐਦਕੀ ਕਿਸੇ ਐਮਐਲਏ ਨੇ ਫੈਸਲਾ ਨਹੀਂ ਕਰਨਾ। ਐਮਐਲਏ 5 ਸਾਲ ਪਹਿਲਾਂ ਬਣੇ ਸੀ। ਐਦਕੀ ਸਾਰਾ ਕੁਝ ਲੋਕਾਂ ਦੇ ਹੱਥ ਹੈ ਔਰ ਲੋਕ ਪੰਜਾਬ ਨੂੰ ਵੋਟ ਪਾਉਣਗੇ ਐਦਕੀ, ਕਿਉਂਕਿ ਪੰਜਾਬ ਦਾ ਆਖਰੀ ਮੌਕਾ ਹੈ। ਮੁੜ ਕੇ ਸੂਬਾ ਰਹਿਣ ਜੋਗਾ ਨਹੀਂ ਰਹਿਣਾ। ਫਾਈਨੈਂਸ਼ੀਅਲ ਕਰੰਚ, ਫਾਈਨੈਂਸ਼ੀਅਲ ਐਮਰਜੈਂਸੀ ਦੇ ਕਗਾਰ ਤੇ ਖੜੇ ਆ। ਤੁਹਾਨੂੰ ਲੱਗਦਾ ਕਿ ਜਦੋਂ ਹੁਣ ਤੁਸੀਂ ਇਲੈਕਸ਼ਨਸ ਦੇ ਵਿੱਚ ਜਾਓਗੇ, ਚਿਹਰਾ ਕੋਈ ਵੀ ਹੋਵੇ, ਕਾਂਗਰਸ ਦਾ ਵਿਸ਼ਲੇਸ਼ਣ ਕਿਸ ਤਰ੍ਹਾਂ ਦੇ ਨਾਲ ਹੋਏਗਾ? 5 ਸਾਲ ਨਾਲ ਹੋਏਗਾ ਕਿ ਆਖਰਲੇ 3 ਮਹੀਨਿਆਂ ਨਾਲ ਹੋਏਗਾ? ਵਿਸ਼ਲੇਸ਼ਣ ਬਦਲਾਵ ਨਾਲ ਹੋਏਗਾ। ਕਾਂਗਰਸ ਦਾ ਵਿਸ਼ਲੇਸ਼ਣ ਨਵੀਂ ਸੋਚ, ਨਵੇਂ ਪੰਜਾਬ ਨਾਲ ਹੋਏਗਾ, ਨਵੀਂ ਉਮੰਗ ਨਾਲ ਹੋਏਗਾ। ਇਹ 5 ਸਾਲ ਨਾਲ ਨਹੀਂ ਹੋਏਗਾ। ਮੈਂ ਕਹਿੰਦਾ 5 ਸਾਲ ਵਾਲਾ ਤਾਂ ਬਦਲਤਾ। 5 ਸਾਲ ਵਾਲੇ ਨਾਲ ਤਾਂ ਮੈਂ ਸੱਤਾ ਹੰਡਾਈ ਨਹੀਂ ਲੜਿਆ। ਮੈਂ ਕਿਹੜਾ ਸੱਤਾ ਦੇ ਵਿੱਚ ਸੀ? ਜਿਵੇਂ ਤੁਸੀਂ ਲੜਦੇ ਸੀ, ਆਪੋਜੀਸ਼ਨ ਲੜਦੀ, ਉਹਦੇ ਨਾਲ ਲੜਦੇ ਸੀ। ਕਿਹਦੇ ਲਈ ਲੜਦੇ ਸੀ? ਆਪਦੇ ਸਵਾਰਥਾਂ ਲਈ ਲੜਦੇ ਸੀ, ਆਪਦੇ 5-4 ਹਜ਼ਾਰ ਕਰੋੜ ਕਮਾਉਣ ਲਈ ਲੜਦੇ ਸੀ। ਮੈਂ ਤਾਂ 40-50 ਕਰੋੜ ਰੁਪਇਆ ਸਾਲ ਕਮਾਉਂਦਾ ਸੀ, ਅੱਜ 40,000 ਕਮਾਉਣਾ ਪਰ ਸੰਤੁਸ਼ਟ ਹਾਂ, ਜ਼ਿਆਦਾ ਖੁਸ਼ ਹਾਂ ਕਿ ਮੈਂ ਪੰਜਾਬ ਦੇ ਲਈ ਆਪਣਾ ਫਰਜ਼ ਨਿਭਾ ਰਿਹਾ। ਪਿੱਠ ਨਹੀਂ ਦਿਖਾਈ। ਬੜੇ ਬੜੇ ਸੈਲੀਬ੍ਰਿਟੀ ਆਉਂਦੇ ਆ, 6 ਮਹੀਨਿਆਂ ਬਾਅਦ ਭੱਜ ਜਾਂਦੇ ਆ, ਉਹਨਾਂ ਤੋਂ ਝੱਲਿਆ ਨਹੀਂ ਜਾਂਦਾ। ਸਿੱਧੂ ਝੱਲਦਾ ਹੈ, ਮੋਟੀ ਚਮੜੀ ਹੈ। ਮੈਂ ਆਖਰੀ ਸਵਾਲ ਕਿਹਾ ਸੀ, ਜਾਂਦੇ ਜਾਂਦੇ ਆਖਰੀ ਯਾਦ ਆ ਗਿਆ ਇੱਕ, ਸੈਲੀਬ੍ਰਿਟੀਜ਼ ਨੂੰ ਲੈ ਕੇ ਆਉਣਾ ਇਹ ਬੀਜੇਪੀ ਦਾ ਕਲਚਰ ਹੁੰਦਾ ਸੀਗਾ। ਕਾਂਗਰਸ ਹਮੇਸ਼ਾ ਗਰਾਊਂਡ ਦੇ ਵਰਕਰਸ ਨੂੰ ਲੈ ਕੇ ਚੱਲਦੀ ਰਹੀ ਹੈ। ਤੁਹਾਨੂੰ ਕਿਉਂ ਲੱਗਦਾ ਸਿੱਧੂ ਸਾਹਿਬ ਕਿ ਹੁਣ ਪੰਜਾਬ ਦੇ ਵਿੱਚ ਕਾਂਗਰਸ ਨੂੰ ਸੈਲੀਬ੍ਰਿਟੀਜ਼ ਨੂੰ ਲੈ ਕੇ ਆਉਣ ਦੀ ਜ਼ਰੂਰਤ ਹੈਗੀ? ਪੰਜਾਬ ਦੇ ਵਾਸੀ ਨੇ, ਪਰ ਜ਼ਰੂਰਤ ਕਿਉਂ ਲੱਗੀ? ਕਾਂਗਰਸ 'ਚ ਕਲਚਰ ਨਹੀਂ ਸੀ ਭਾਈ। ਸੈਲੀਬ੍ਰਿਟੀ ਸ਼ੁਰੂ ਤੋਂ ਹੀ ਆਉਂਦੇ ਸੀ। ਐਨਟੀ ਰਾਮਾ ਰਾਓ ਤੋਂ ਲੈ ਕੇ ਪੰਜਾਬ ਦੀ ਗੱਲ ਕਰ, ਮੈਂ ਕਹਿੰਦਾ ਹਰ ਥਾਂ ਤੇ ਸੀ। ਪੰਜਾਬ ਦੇ ਵਿੱਚ ਵੀ ਸੀ, ਵਿਨੋਦ ਖੰਨਾ ਜੀ ਸੀ, ਬੜੇ। ਤੂੰ ਮੈਂ ਕਹਿੰਦਾ ਕਿੰਨੇ ਨਾਮ ਗਿਣਾਵਾਂ ਮੈਂ ਤੈਨੂੰ? ਬੜੇ ਸੀ। ਮਤਲਬ ਧਰਮ ਭਾਜੀ ਆ ਹੁਣ ਆਇਆ, ਬੜੇ ਲੋਕ ਨੇ। ਲੇਕਿਨ ਸਵਾਲ ਇਹ ਹੈ ਕਿ ਸੈਲੀਬ੍ਰਿਟੀ ਕਰਦਾ ਕੀ ਹੈ? ਪਹਿਲੀ ਵਾਰ ਤੇ ਉਹਨੂੰ ਸੈਲੀਬ੍ਰਿਟੀ ਦੇ ਨਾਂ ਤੇ ਵੋਟਾਂ ਪੈ ਜਾਂਦੀਆਂ ਵੀ ਸਕਰੀਨ ਤੇ ਦੇਖਿਆ ਰੀਅਲ ਹੀਰੋ ਹੈ, ਲੇਕਿਨ ਫਿਰ ਇੱਥੇ ਰੀਅਲ ਹੀਰੋ ਬਣਨਾ ਪੈਂਦਾ ਹੈ। ਇੱਥੇ ਗੁੱਥਮ ਗੁੱਥੀ ਹੋਣਾ ਪੈਂਦਾ, ਮੋਟੀ ਚਮੜੀ, ਗਾਲਾਂ ਵੀ ਸਹਿਣੀਆਂ ਪੈਂਦੀਆਂ ਨੇ, ਸਵੇਰ ਤੋਂ ਲੈ ਕੇ ਸ਼ਾਮ ਤੱਕ ਫਰਜ਼ ਨਿਭਾਉਣੇ ਪੈਂਦੇ। ਇੱਥੇ ਪਿੱਠ ਦਿਖਾ ਕੇ ਭੱਜ ਨਹੀਂ ਸਕਦੇ। ਇਹ ਸਭ ਤੋਂ ਟਫ ਲਾਈਫ ਹੈ, ਕਿਉਂਕਿ ਇੱਥੇ 5 ਦਾ 500 ਕਰ ਦਿਓ, 500 ਨੂੰ 5 ਕਰ ਦਿਓ। ਇਹ ਹੈ ਉਹ ਚੈਲੰਜ। ਲੇਕਿਨ ਇਹ ਸੰਤੁਸ਼ਟੀ ਇਹ ਹੈ ਕਿ ਤੁਸੀਂ ਇਸ ਤਾਕਤ ਦੇ ਨਾਲ ਲੋਕਾਂ ਦੀਆਂ ਜ਼ਿੰਦਗੀਆਂ ਤਬਦੀਲ ਕਰ ਸਕਦੇ ਹੋ। ਕਤਾਰ 'ਚ ਅਖੀਰ ਦੇ ਵਿੱਚ ਖੜੇ ਬੰਦੇ ਨੂੰ ਤੁਸੀਂ ਫਾਇਦਾ ਦੇ ਸਕਦੇ ਹੋ, ਔਰ ਇਸ ਤੋਂ ਵੱਡੀ ਸੰਤੁਸ਼ਟੀ ਦੁਨੀਆ ਦੇ ਵਿੱਚ ਕੋਈ ਨਹੀਂ। ਬਹੁਤ ਧੰਨਵਾਦ ਸਿੱਧੂ ਸਾਹਿਬ, ਸਾਡੇ ਨਾਲ ਗੱਲਬਾਤ ਕਰਨ ਲਈ, ਟਾਈਮ ਦੇਣ ਦੇ ਲਈ। ਸੋ ਇਸ ਤਰ੍ਹਾਂ ਨਵਜੋਤ ਸਿੰਘ ਸਿੱਧੂ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਦੇ ਲਈ ਬਨੇ ਰਹੋ ਦੈਨਿਕ ਸਵੇਰਾ ਦੇ ਨਾਲ। ਫਿਲਹਾਲ ਦੇ ਲਈ ਧੰਨਵਾਦ।